ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਪਰਮ ਸਨਮਾਨ ਆਵਰ ਸਾਹਿਬੇ ਕਮਾਲ बारगाहे इनायत के मालक कलयुगी जीवों के उद्धार करता साहिबे सहाबा जोत रूप हर आप महिमा दे मालक तन 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 गुरु पिता श्री गुरुदेव गुरु ग्रंथ साहिब जी दे महान बरकतमई इनायतमई श्री चरण कमलां च विराजमान गुरु प्यारी साध संगत गुरुदेव जी दी महान इनायत दा साडे सारियां दे सिर ते मेहरमतमई रखे हथ दा सदका जीवन दा अज दा दिन भी प्राप्त होया और इस नवें दिन दी जो नवें जन्म समान है शाम अजीज़ुल नवाज गनीमुल खराज पातशाह श्री गुरु गोबिंद सिंह साहिब जी दे मुबारक चरण कमलों की खाक दे नाम करना नसीब होया। सतगुरु जी की यथा नवाजिश का सदका साडे सारियां दे सिर ते मेहरमतमई रखे हथ दा सदका सौदर चौंकी दे कीर्तन रहरास आरती अरदास अते साहिब जी दे हुक्मनामे आपने झोली च पाए हन। कुछ समा होर महिमा दे मालक मेरियां पीरियां दे दाते संसार ते अकाल पुरख दे तखत नूं प्रगट करन वाले गुरु हरगोबिंद साहिब महाराज जी दियां जीवन गाथावां अमृत जीवन कथड़ियां राहीं मन गुरु चरनां नाल जुड़ सके। एकाग्रता अदब ते आनंद की दात झोली च पै सके। इसलिए जितने माता भ्राता हाजरीन हाजरी भर रहे हो पेशतर छोटी जही ध्यान साधना है। दोवां हत्थां नूं हिरदे दे सामने जोड़दियां नेत्र बंद करके ऐसा गहराई तो महसूस करिए कि साडा सीस गुरु हरगोबिंद साहिब जी दे चरण कमलों ते टिकिया है ते साहिब जियां ने मेहर भरिया हथ साडे सिर ते रखिया होया। गुरुदेव जी दे शब्द रूपी कदमां नूं गलवकड़ी करदियां चरण चुमदियां होया गुरु की अमृत फतेह द्वारा सांझ बनाइए। वाहिगुरु जी का खालसा वाहिगुरु जी की फतेह। कल तक आपने श्रवण किया कि श्री गुरु हरगोबिंद साहब महाराज जी दे सपोत्रे बाबा सूरजमल जी का आनंद कारज का समा प्रगट होया और इस ढंग दे नाल सारे रिश्तेदार डले तो डरौली तो मंडियाली माऊ साहिब आदक तो गोइंदवाल तो सारे महाराज जी दे परिवार पहुँचे। दूर दराज तो संगतां पहुँचियां। इन्हां दिनां विच विसाखी दे महान समागम भी सन। उसनूं मुख रखदियां होयां भी बहुत सारियां संगतां
ਦੂਰ ਦਰਾਜ਼ ਦੇ ਇਲਾਕਿਆਂ ਤੋਂ ਆਪਣਾ ਦਸਵੰਧ ਲੈ ਕੇ ਹਾਜ਼ਰ ਹੋਈਆਂ। ਮਹਾਰਾਜ ਜੀ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ। ਇਸੇ ਲੜੀ ਵਿੱਚ ਮਹਾਨ ਗੁਰਸਿੱਖ ਪੂਜਨੀਕ ਹਿਰਦਾ, ਗੁਰੂ ਨੂੰ ਸਮਰਪਿਤ ਹਿਰਦਾ, 6 ਮਹਿਲਾਂ ਤੱਕ ਦਰਸ ਨਿਹਾਰਨ ਵਾਲੇ, 5 ਗੁਰੂ ਜਾਮਿਆਂ ਨੂੰ ਆਪਣੇ ਹੱਥਾਂ ਨਾਲ ਕੁਰਿਆਈ ਦਾ ਤਿਲਕ ਦੇਣ ਵਾਲੇ, ਅਨੰਨ ਸੇਵਕ ਮਹਾਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਪਰਿਵਾਰ ਵੀ ਪਹੁੰਚਿਆ। ਉਹਨਾਂ ਦੇ ਸਪੁੱਤਰ ਭਾਈ ਭਾਨਾ ਜੀ ਪਹੁੰਚੇ ਤੇ ਆਪਣੇ ਨਾਲ ਪੁੱਤਰ ਪੋਤਰੇ ਤੇ ਸਾਰੇ ਪਰਿਵਾਰ ਨੂੰ ਲੈ ਕੇ ਹਾਜ਼ਰ ਹੋਏ। ਭਾਈ ਰਾਮ ਕੋਇਰ ਵੀ ਇਸੇ ਹੀ ਮਹਾਨ ਵੰਸ਼ ਵਿੱਚੋਂ ਹੋਏ ਹਨ, ਜਿਨ੍ਹਾਂ ਨੇ ਬਹੁਤ ਸੇਵਾਵਾਂ ਮਹਾਰਾਜ ਜੀ ਦੇ ਘਰ ਨਿਭਾਈਆਂ। ਬਾਬਾ ਬੁੱਢਾ ਸਾਹਿਬ ਜੀ ਦਾ ਉਹਨਾਂ ਸਮੇਤ ਪਰਿਵਾਰ ਗੁਰੂ ਨਾਨਕ ਦੇ ਘਰ ਵਿੱਚ ਸਦਾ ਹੀ ਸਨਮਾਨ ਪ੍ਰਾਪਤ ਕਰਦਾ ਰਿਹਾ। ਉਹਨਾਂ ਦੇ ਜੀਵਨ ਦਾ ਇੱਕ ਵੀ ਐਸਾ ਦਿਨ ਦਿਖਾਈ ਨਹੀਂ ਪਿਆ ਜਾਂ ਇੱਕ ਪਲ ਦਿਖਾਈ ਨਹੀਂ ਪਿਆ ਜਦੋਂ ਉਹਨਾਂ ਦੇ ਹਿਰਦੇ 'ਚੋਂ ਗੁਰੂ ਸਾਹਿਬ ਪ੍ਰਤੀ ਸ਼ਰਧਾ ਘੱਟ ਹੋਈ ਹੋਵੇ ਜਾਂ ਨਿਮਰਤਾ ਦਾ ਭਾਵ ਘੱਟ ਹੋਇਆ ਹੋਵੇ। ਇਸ ਤਰ੍ਹਾਂ ਪ੍ਰੇਮ ਨਾਲ ਦੂਰ ਦਰਾਜ਼ ਤੋਂ ਸੰਗਤਾਂ ਪਹੁੰਚ ਕੇ, ਪਰਿਵਾਰ ਰਿਸ਼ਤੇਦਾਰ ਪਹੁੰਚ ਕੇ ਬਹੁਤ ਆਨੰਦਿਤ ਹੋ ਰਹੇ ਹਨ। ਅਗਲੀ ਕਥਾ ਸਰਵਣ ਕਰੀਏ ਪੇਸ਼ਤਰ। ਇੱਕ ਵਾਰੀ ਸਾਰੇ ਆਪਣੀ ਰਸਨਾ 'ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਪਾਉਂਦਿਆਂ ਹੋਇਆਂ ਆਖੋ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਆਖੋ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਹਾਂਜੀ। ਬ੍ਰਿਤ ਕੋ ਸੁਤ ਭਾਨਾ ਤਬ ਆਇਓ। ਬਾਬਾ ਬੁੱਢਾ ਸਾਹਿਬ ਜੀ ਦਾ ਸਪੁੱਤਰ ਗੁਰੂ ਘਰ ਪ੍ਰਤੀ ਮਹਾਨ ਝੁਕਿਆ ਹੋਇਆ ਹਿਰਦਾ ਭਾਈ ਭਾਨਾ ਜੀ ਵੀ ਆਪ ਪਹੁੰਚੇ ਹਨ। ਸੰਗ ਪੁੱਤਰ ਪੁੱਤਰਨ ਕੋ ਲਿਆਇਓ। ਤੇ ਆਪਣੇ ਨਾਲ ਆਪਣੇ ਪੁੱਤਰਾਂ ਨੂੰ, ਪੋਤਰਿਆਂ ਨੂੰ, ਰਿਸ਼ਤੇਦਾਰਾਂ ਨੂੰ, ਸਨੇਹੀਆਂ ਸੰਬੰਧੀਆਂ, ਨਿਕਟਵਰਤੀਆਂ ਨੂੰ ਵੀ ਭਾਈ ਭਾਨਾ ਜੀ ਲੈ ਕੇ ਆਏ ਹਨ। ਹਰੀ ਚਾਂਦ ਨਿਤ ਪਾਸ ਆਵਾਸਾ। ਔਰ ਇਸ ਤਰ੍ਹਾਂ ਦੇ ਨਾਲ ਬਾਬਾ ਹਰੀ ਚੰਦ ਜੀ ਉਹ ਨੇੜੇ ਹੀ ਮਹਾਰਾਜ ਜੀ ਦੇ ਕੋਲ ਹੀ ਨਿਵਾਸ ਰੱਖਦੇ ਹਨ। ਰਾਮਦਾਸਪੁਰ ਮਹਿ ਸੁਖ ਰਾਸਾ। ਉਹਨਾਂ ਦਾ ਨਿਵਾਸ ਸਾਰੇ ਸੁੱਖਾਂ ਦਾ ਮੂਲ ਰਾਮਦਾਸਪੁਰ ਭਾਵ ਅੰਮ੍ਰਿਤਸਰ ਹੈ। ਸਤਿਗੁਰ ਮਹਿਲ ਗਇਓ ਭਰ ਸਭੈ। ਔਰ ਇਸ ਤਰ੍ਹਾਂ ਦੇ ਨਾਲ ਪਰਿਵਾਰ ਦੇ ਲੋਕ ਆਏ, ਰਿਸ਼ਤੇਦਾਰ ਆਏ, ਸੰਗਤਾਂ ਆਈਆਂ ਤੇ ਮਹਾਰਾਜ ਜੀ ਦਾ ਸਾਰਾ ਮਹਿਲ ਜਿਹੜਾ ਸੀ ਨਾ ਉਹ ਰੌਣਕਾਂ ਨਾਲ ਭਰ ਗਿਆ। ਭਾਵ ਬਹੁਤ ਸਾਰੇ ਰਿਸ਼ਤੇਦਾਰ, ਸਨੇਹੀ ਸੰਬੰਧੀ ਸੰਗਤਾਂ ਪਹੁੰਚੀਆਂ ਹਨ। ਆਈ ਸਭ ਥਲ ਤੇ ਤ੍ਰਿਆ ਤਬੈ। ਔਰ ਇਸ ਤਰ੍ਹਾਂ ਸਾਰੇ ਪਰਿਵਾਰਾਂ ਨਾਲ ਉਹਨਾਂ ਦੀਆਂ ਇਸਤਰੀਆਂ ਵੀ ਆਈਆਂ ਨੇ, ਮਾਤਾਵਾਂ ਵੀ ਆਈਆਂ ਨੇ, ਬੱਚੀਆਂ ਭੈਣਾਂ ਸਭ ਆਈਆਂ ਹਨ। ਅਪਰ ਸਦਨ ਗਨ ਹੁਤੇ ਚਿਨਾਏ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਹਿਲਾਂ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਘਰ ਸਨ, ਮਹਿਲ ਬਣੇ ਹੋਏ ਸਨ ਜਿਨ੍ਹਾਂ ਵਿੱਚ ਮਹਾਰਾਜ ਨਿਵਾਸ ਕਰਦੇ। ਉਸ ਤੋਂ ਇਲਾਵਾ ਵੀ ਹੋਰ ਰਿਹਾਇਸ਼ੀ ਅਸਥਾਨ ਬਣੇ ਹੋਏ ਸਨ। ਕਹਿ ਸਭਿਨ ਕੋ ਸਿਵਰ ਕਰਾਏ। ਤੇ ਗੁਰੂਦੇਵ ਪਾਤਸ਼ਾਹ ਜੀ ਨੇ ਸੇਵਕ, ਖਾਸ ਸੇਵਕਾਂ ਨੂੰ ਕਹਿ ਕੇ ਉਹਨਾਂ ਸਾਰਿਆਂ ਦਾ ਉੱਥੇ ਟਿਕਾਣਾ ਕਰਵਾਇਆ।
ਗੁਰੂ ਘਰ ਵਿੱਚ ਆਦਿ ਕਾਲ ਤੋਂ ਆਪਾਂ ਦੇਖ ਰਹੇ ਹਾਂ ਬਈ ਸੰਗਤਾਂ ਲਈ ਸੋਹਣੀਆਂ ਰਿਹਾਇਸ਼ਾਂ ਤਿਆਰ ਕਰਵਾਈਆਂ ਜਾਂਦੀਆਂ। ਇਸੇ ਹੀ ਲੜੀ ਵਿੱਚ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਵੀ ਬਹੁਤ ਸੋਹਣੇ ਬਾਲਾ ਪ੍ਰੀਤਮ ਨਿਵਾਸ ਤਿਆਰ ਹਨ, ਸਰਾਵਾਂ ਤਿਆਰ ਹਨ। ਸ੍ਰੀ ਮਾਤਾ ਗੁਜਰੀ ਜੀ ਨਿਵਾਸ, ਸਾਲਸਰਾਏ ਜੌਹਰੀ ਨਿਵਾਸ ਸਾਧਕ, ਤੇ ਆਉਣ ਵਾਲੇ ਸਮਿਆਂ ਵਿੱਚ ਵੀ ਸੰਗਤਾਂ ਦੀ ਰਿਹਾਇਸ਼ ਲਈ ਵੱਡੇ ਨਿਰਮਾਣ ਕਾਰਜ ਜਿਹੜੇ ਨੇ ਉਹ ਪ੍ਰਾਰੰਭ ਕੀਤੇ ਗਏ ਔਰ ਇਹ ਸਦਾ ਹੀ ਚੱਲਦੇ ਰਹਿੰਦੇ ਨੇ। ਜਦ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਸਾਈਂ ਬੁੱਲੇ ਸ਼ਾਹ ਆਇਆ ਤੇ ਦੇਖ ਕੇ ਬੜਾ ਵਿਸਮਾਦਿਤ ਹੋਇਆ ਤੇ ਉਸ ਦੀ ਰਸਨਾ ਤੋਂ ਇਹ ਬੋਲ ਨਿਕਲੇ, ਇੱਟ ਖੜਿੱਕਾ ਦੁੱਪੜ ਵੱਜੇ ਨਾਲੇ ਤਪੇ ਚੁੱਲ੍ਹਾ। ਭਾਵ ਇੱਟ ਖੜਕੇ ਤੋਂ ਮੁਰਾਦ ਇੱਟਾਂ ਖੜਕਦੀਆਂ ਪਈਆਂ ਨੇ, ਨਿਰਮਾਣ ਕਾਰਜ ਹੋ ਰਹੇ ਨੇ। ਸੰਗਤਾਂ ਦੀਆਂ ਰਿਹਾਇਸ਼ਾਂ ਵਾਸਤੇ ਬੁੰਗੇ ਬਣ ਰਹੇ ਨੇ, ਕਮਰਿਆਂ ਦਾ ਨਿਰਮਾਣ ਹੋ ਰਿਹਾ। ਇੱਟ ਖੜਿੱਕਾ ਦੁੱਪੜ ਵੱਜੇ, ਜੋੜੀ ਵੱਜਦੀ ਹੈ, ਕੀਰਤਨ ਹੋ ਰਿਹਾ, ਬਾਣੀ ਗਾਈ ਜਾ ਰਹੀ ਹੈ ਤੇ ਨਾਲੇ ਤਪੇ ਚੁੱਲ੍ਹਾ ਤੇ ਲੰਗਰ ਵੀ ਚੱਲਦੇ ਪਏ ਹਨ। ਫਿਰ ਆਖਣ ਲੱਗੇ ਜਿੱਥੇ ਮੇਰਾ ਮੌਲਾ ਰਾਜੀ ਉੱਥੇ ਰਾਜੀ ਬੁੱਲਾ। ਇਹ ਸਾਰਾ ਕੁਝ ਦੇਖਦਿਆਂ ਲੰਗਰ ਚੱਲ ਰਹੇ ਹਨ, ਕੀਰਤਨ ਹੋ ਰਹੇ ਹਨ, ਨਿਰਮਾਣ ਕਾਰਜ ਚੱਲ ਰਹੇ ਨੇ। ਇਹਦਾ ਮਤਲਬ ਇੱਥੇ ਮਾਲਕ ਦੀ ਮਿਹਰ ਹੈ, ਗੁਰੂ ਪਰਮਾਤਮਾ ਦੀ ਮਿਹਰ ਹੈਗੀ ਹੈ, ਪਰਮਾਤਮਾ ਰਾਜੀ। ਤੇ ਜਿੱਥੇ ਪਰਮਾਤਮਾ ਰਾਜੀ ਹੈ ਬੁੱਲਾ ਵੀ ਉੱਥੇ ਰਾਜੀ ਹੈ। ਜਿੱਥੇ ਮੇਰਾ ਮੌਲਾ ਰਾਜੀ ਉੱਥੇ ਰਾਜੀ ਬੁੱਲਾ। ਨਿਰਮਾਣ ਕਾਰਜ ਜਿਹੜੇ ਨੇ ਚੱਲਦੇ ਹੀ ਰਹੇ। ਮਹਾਰਾਜ ਜੀ ਨੇ ਨਗਰ ਵਸਾਏ, ਕਰਤਾਰਪੁਰ, ਫਿਰ ਕਰਤਾਰਪੁਰ ਜਲੰਧਰ, ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਔਰ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਆਦਿਕ ਨਗਰ ਗੁਰੂ ਪਾਤਸ਼ਾਹ ਜੀ ਨੇ ਸਮੇਂ ਸਮੇਂ 'ਤੇ ਵਸਾਏ, ਤਿਆਰ ਕੀਤੇ। ਸ੍ਰੀ ਹਰਗੋਬਿੰਦਪੁਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਸਾਇਆ ਹੋਇਆ ਨਗਰ ਹੈ। ਇਸ ਢੰਗ ਦੇ ਨਾਲ ਨਿਰਮਾਣ ਕਾਰਜ ਨਾਲੋਂ ਨਾਲ ਚੱਲਦੇ ਰਹੇ। ਕਿਲਿਆਂ ਦਾ ਨਿਰਮਾਣ ਹੁੰਦਾ ਰਿਹਾ, ਮੌਕੇ ਦੀ ਉਸ ਵੇਲੇ ਸਮੇਂ ਦੀ ਲੋੜ ਸਨ। ਅੱਜ ਵੀ ਬਹੁਤ ਸੋਹਣੀਆਂ ਸਰਾਵਾਂ ਦਾ ਨਿਰਮਾਣ ਆਪਾਂ ਦੇਖਦੇ ਹਾਂ। ਸਾਲਸਰਾਏ ਜੌਹਰੀ ਜੀ ਦੇ ਨਾਮ 'ਤੇ ਦੀਵਾਨ ਹਾਲ ਵੱਡਾ ਬਣ ਗਿਆ, ਆਲਮੋਸਟ ਕੰਪਲੀਸ਼ਨ 'ਤੇ ਹੈ। ਉਹਦਾ ਫਿਨਿਸ਼ਿੰਗ ਵਰਕ ਚੱਲਦਾ ਪਿਆ। ਮਹਾਰਾਜ ਜੀ ਦੇ ਘਰ ਵਿੱਚ ਇਹ ਮਰਿਆਦਾ ਹੈ ਵੀ ਨਵੀਆਂ ਇਮਾਰਤਾਂ ਬਣਦੀਆਂ ਰਹਿਣ, ਸੰਗਤਾਂ ਲਈ ਲੰਗਰ ਚੱਲਦੇ ਰਹਿਣ, ਔਰ ਗੁਰੂ ਕੀ ਕੀਰਤੀ, ਗੁਰੂ ਕੇ ਦੀਵਾਨ ਸਜਦੇ ਰਹਿਣ। ਇਹ ਸਾਰਾ ਕੁਝ ਮਹਾਰਾਜ ਜੀ ਨੇ ਕਰਾਇਆ ਹੋਇਆ। ਅਪਰ ਹੱਤੇ ਅਪਰ ਸਦਨ ਗਨ ਹੁਤੇ ਚਨਾਏ, ਕਹਿ ਸਭ ਹਨ ਕੋ ਸਿਵਰ ਕਰਾਏ। ਜਿਹੜੇ ਹੋਰ ਸੋਹਣੇ ਰਿਹਾਇਸ਼ੀ ਮਕਾਨ ਇਮਾਰਤਾਂ ਬਣਾਈਆਂ ਹੋਈਆਂ ਸਨ, ਉਹਨਾਂ ਵਿੱਚ ਮਹਾਰਾਜ ਜੀ ਨੇ ਕਹਿ ਕੇ ਇੱਕ ਇੱਕ ਦਾ ਪ੍ਰਬੰਧ ਕੀਤਾ ਕਿ ਫਲਾਣੇ ਨੂੰ ਇਹ ਫਲਾਣੇ ਜਗ੍ਹਾ ਠਹਿਰਾ ਦਿਓ, ਫਲਾਣੇ ਨੂੰ ਇਹ ਕੁਲਫ ਦੀ ਚਾਬੀ ਇਹ ਦੇ ਦਿਓ। ਇਸ ਤਰ੍ਹਾਂ ਸਾਰਾ ਪ੍ਰਬੰਧ ਸਤਿਗੁਰੂ ਜੀ ਨੇ ਕੀਤਾ ਹੋਇਆ ਹੈ। ਯਥਾ ਜੋਗ ਮਿਲ ਸਭ ਹਰ ਖਾਏ। ਜਿਸ ਤਰ੍ਹਾਂ ਮਹਾਰਾਜ ਜੀ ਦੇ ਕੋਲ ਆਏ ਨੇ, ਯਥਾ ਯੋਗ ਮਹਾਰਾਜ ਜੀ ਨੇ ਸਨਮਾਨ ਕੀਤਾ। ਉਹਨਾਂ ਯਥਾ ਯੋਗ ਭੇਟਾਵਾਂ ਕੀਤੀਆਂ ਤੇ ਯਥਾ ਯੋਗ ਨਿਵਾਸਾਂ ਵਿੱਚ ਟਿਕਾਇਆ ਗਿਆ। ਸੁਦਾ ਸਰੋਵਰ ਮੱਝ ਨਹਾਏ। ਤੇ ਬਹੁਤ ਸਾਰੇ ਪ੍ਰਸੰਨ ਹੋਏ ਤੇ ਫਿਰ ਅੰਮ੍ਰਿਤ ਸਰੋਵਰ ਵਿੱਚ ਉਹਨਾਂ ਨੇ ਮੱਜਨ ਕੀਤਾ, ਇਸ਼ਨਾਨ ਕੀਤਾ। ਪਹਿਲੇ ਖੂਹ ਦੇ ਜਲ ਨਾਲ ਤੇ ਫਿਰ ਅੰਮ੍ਰਿਤਸਰ ਸਰੋਵਰ ਵਿੱਚ ਇਸ਼ਨਾਨ ਕੀਤੇ। ਆਸਨ ਬਨਤ ਹੈ ਵਿਵਧ ਪ੍ਰਕਾਰੇ। ਤੇ ਸਤਿਗੁਰੂ ਜੀ ਦੇ ਲੰਗਰ ਵਿੱਚ ਕਈ ਪ੍ਰਕਾਰ ਦਾ ਭੋਜਨ ਬਣਦਾ। ਇਹ ਦੇਖ ਲਓ, ਭਾਈ ਸਾਹਿਬ ਜੀ ਨੇ ਲਿਖਿਆ ਵੀ ਵਿਵਧ ਪ੍ਰਕਾਰ, ਕਈ ਤਰ੍ਹਾਂ ਦਾ ਪੁਲਾਓ ਬਣਦੇ ਨੇ, ਕਈ ਤਰ੍ਹਾਂ ਦੀਆਂ ਦਾਲਾਂ ਸਬਜ਼ੀਆਂ ਬਣਦੀਆਂ ਨੇ, ਪ੍ਰਸ਼ਾਦੇ ਬਣਦੇ ਨੇ। ਬਹੁਤ ਸਾਰਿਆਂ ਨੂੰ ਤਾਂ ਦੇਖਿਆ ਉਹ
ਗੁਰੂ ਕੇ ਲੰਗਰ ਚੱਲਦੇ ਹੋਏ ਦੇਖ ਕੇ ਨਾ ਤੇ ਟਿੱਪਣੀ ਕਰਨੋਂ ਨਹੀਂ ਰਹਿੰਦੇ, ਕਹਿੰਦੇ ਜੀ ਦਾਲ ਫੁਲਕਾ ਹੀ ਚਾਹੀਦਾ, ਹੋਰ ਨਹੀਂ ਕੁਝ ਚਾਹੀਦਾ। ਸਤਿਗੁਰੂ ਜੀ ਦਾ ਘਰ ਕੋਈ ਕਿਸੇ ਗਰੀਬ ਦੀ ਕੁੱਲੀ ਤਾਂ ਹੈ ਨਹੀਂ, ਇੱਥੇ ਤਾਂ 37 ਪ੍ਰਕਾਰ ਦੇ ਭੋਜਨ ਬਣਨੇ ਚਾਹੀਦੇ। ਤੇ ਮੈਂ ਅਰਜ਼ ਕਰਾਂ, ਬਣਾਉਣ ਵਾਲੇ ਵੀ ਮਹਾਰਾਜ ਜੀ ਦੇ ਘਰ ਮੌਜੂਦ ਨੇ, ਰਸਤਾ ਦੇਣ ਵਾਲੇ ਵੀ ਮੌਜੂਦ ਨੇ, ਤੇ ਗੈਰ ਮੌਜੂਦਗੀ ਨਿੰਦਕਾਂ ਦੀ ਵੀ ਨਹੀਂ, ਉਹ ਵੀ ਆ ਜਾਂਦੇ ਨਿੰਦਾ ਕਰਨ ਵਾਸਤੇ। ਭਗਤ ਕਬੀਰ ਜੈਸੇ ਨੂੰ ਕਹਿਣਾ ਪਿਆ, ਆਪ ਨਾ ਦੇਹ ਚੁਰੂ ਪਰ ਪਾਣੀ, ਤੇ ਨਿੰਦਾ ਜੈ ਗੰਗਾ ਆਣੀ। ਆਪਣੀ ਜੇਬ ਚੋਂ ਤਾਂ ਕੌਡੀ ਕੱਢਣੀ ਨਹੀਂ, ਤੇ ਜਿਹੜੇ ਲੱਖਾਂ ਕਰੋੜਾਂ ਦੀ ਸੇਵਾ ਕਰਦੇ ਉਹਨਾਂ ਦੀ ਨਿੰਦਿਆ ਕਰਨੀ, ਆਖਣਾ ਜੀ ਇਹ ਹੋਇਆ ਜੀ ਉਹ ਹੋਇਆ। ਇਹ ਕਮੀ ਨਿੰਦਕਾਂ ਦੀ ਵੀ ਨਹੀਂ ਹੈ, ਵੀ ਮੌਜੂਦ ਹੁੰਦੇ ਹਨ। ਪਰ ਮਹਾਰਾਜ ਜੀ ਦੇ ਘਰ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਬਚਨ ਸਭ ਤੋਂ ਵੱਡੀ ਗਵਾਹੀ ਹੈ। ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਘਿਆਲੀ। ਧੰਨ ਧੰਨ ਮਾਤ ਖੀਵੀ ਸਾਹਿਬਾ, ਗੁਰੂ ਅੰਗਦ ਦੇਵ ਜੀ ਦੇ ਮਹਿਲ। ਉਹਨਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਲੰਗਰਾਂ ਤੱਕ ਸੇਵਾ ਨਿਭਾਈ। ਤੇ ਖੀਰ ਬਣਾਉਂਦੇ ਨੇ, ਤੇ ਖੀਰ ਤਾਂ ਦੁੱਧ ਦੀ ਬਣਦੀ ਹੈ, ਵਿੱਚ ਸ਼ੱਕਰ ਆਦਿਕ ਪਾਉਂਦੇ ਨੇ। ਇਹ ਗੱਲ ਵੱਖਰੀ ਹੈ। ਹੁਣ ਇਹਨਾਂ ਦਿਨਾਂ ਵਿੱਚ ਪਿਛਲੇ ਕੁਝ ਸਾਲਾਂ ਤੋਂ ਇਹ ਖੰਡ ਪੈਣੀ ਸ਼ੁਰੂ ਹੋ ਗਈ ਖੀਰਾਂ ਵਿੱਚ, ਹੋਰ ਚੀਜ਼ਾਂ ਵਿੱਚ ਖੰਡ ਪਾਉਂਦੇ। ਆ ਜਿਹੜੀ ਸ਼ੂਗਰ ਇਹ ਪਾਉਂਦੇ ਨੇ, ਪਰ ਇਹਦੇ ਵਿੱਚ ਸਲਫਰ ਨਾਲ ਇਹਦੀ ਸਫਾਈ ਕੀਤੀ ਜਾਂਦੀ ਹੈ। ਤੇ ਬਹੁਤੀ ਵਾਰੀ ਇਹ ਮਿੱਠਾ ਜਿਹੜਾ ਪੱਕਾ ਮਿੱਠਾ ਕਹਿੰਦੇ ਨੇ, ਰੋਗਾਂ ਦਾ ਕਾਰਨ ਬਣਦਾ। ਉਹਨਾਂ ਦਿਨਾਂ ਵਿੱਚ ਜਿਹੜੀ ਖੰਡ ਵੀ ਹੁੰਦੀ ਸੀ ਨਾ, ਉਹ ਵੀ ਬਿਲਕੁਲ ਪਿਓਰ, ਕੋਈ ਉਹਦੇ ਚੀਜ਼ ਨਹੀਂ ਪਾਈ ਜਾਂਦੀ ਸੀ। ਪਹਿਲੇ ਗੁੜ ਦੀ ਰਾਬ ਬਣਾਉਣੀ, ਤੇ ਫਿਰ ਰਾਬ ਬਣਾ ਕੇ ਉਹਦੇ ਥੱਲੇ ਦਾਣੇ ਜੰਮ ਜਾਂਦੇ ਸਨ, ਉਹ ਖੰਡ ਹੁੰਦੀ ਸੀ। ਉਹ ਖੰਡ ਵੀ ਗੋੜੀ ਹੁੰਦੀ ਸੀ, ਇਸ ਤਰ੍ਹਾਂ ਕਹਿ ਸਕਦੇ ਹਾਂ। ਤੇ ਸ਼ੱਕਰ ਆਦਿਕ ਪਾ ਕੇ, ਤੁਸੀਂ ਕਹਾਵਤ ਵੀ ਸੁਣੀ ਹੋਵੇਗੀ, ਕੋਈ ਚੰਗੀ ਗੱਲ ਕਰ ਦੇਵੇ ਨਾ ਬੰਦਾ, ਤੇ ਅਗਲਾ ਕਹਿੰਦਾ ਤੇਰੇ ਮੂੰਹ ਵਿੱਚ ਘਿਓ ਸ਼ੱਕਰ। ਇਹ ਤਾਂ ਨਹੀਂ ਕਹਿੰਦਾ ਘਿਓ ਖੰਡ ਹੈ, ਘਿਓ ਚੀਨੀ ਤਾਂ ਨਹੀਂ ਕੋਈ ਕਹਿੰਦਾ। ਇਹ ਬਹੁਤ ਬਾਅਦ ਵਿੱਚ ਇਹਦਾ ਪ੍ਰਚਲਨ ਹੋਇਆ, ਤੇ ਹੌਲੀ ਹੌਲੀ ਸਾਡਾ ਸਰੀਰ ਜਿਹੜਾ ਉਹ ਕਈ ਤਰ੍ਹਾਂ ਨਾਲ ਰੋਗੀ ਹੁੰਦਾ ਵੀ ਦਿਖਾਈ ਪੈਂਦਾ। ਖੈਰ ਮੁਕਤਸਰ ਮੈਂ ਅਰਜ਼ ਕਰਾਂ, ਮਾਤਾ ਖੀਵੀ ਸਾਹਿਬਾ ਸ਼ੱਕਰ ਵਿੱਚ ਪਾ ਕੇ, ਘਿਓ ਪਾ ਕੇ, ਖੀਰਾਂ ਬਣਾ ਕੇ ਤਿਆਰ ਕਰਕੇ ਤੇ ਉਹ ਛਕਾਉਂਦੇ ਨੇ। ਤੇ ਕਿਤਨਾ ਸਵਾਦਿਸ਼ਟ ਪਦਾਰਥ ਬਣਦਾ ਹੋਵੇਗਾ। ਨਿੰਦਿਆ ਨਹੀਂ ਕਰਨੀ ਚਾਹੀਦੀ ਵੀ ਇਹ ਤਾਂ ਜੀ ਹੋਟਲ ਬਣ ਗਿਆ ਜੀ, ਇਹ ਤਾਂ ਜੀ ਰਿਜ਼ੋਰਟ ਬਣ ਗਿਆ ਜੀ, ਇੱਥੇ ਤਾਂ ਦਾਲ ਫੁਲਕਾ ਹੀ ਚਾਹੀਦਾ ਹੈ। ਤੇ ਸੱਚ ਜਾਣਨਾ, ਜੇ ਦਾਲ ਫੁਲਕਾ ਹੀ ਹੋ ਜਾਵੇ ਤੇ ਇਹ ਕਹਿਣ ਆ ਜਾਣਗੇ ਵੀ ਇਹਦੀ ਵੀ ਕੀ ਲੋੜ ਹੈ, ਲੋਕੀ ਤਾਂ ਘਰੋਂ ਖਾ ਕੇ ਹੀ ਆਉਂਦੇ। ਇਹ ਗੁਰੂ ਘਰ ਦੀ ਮਰਿਆਦਾ, ਸਵਾਦਿਸ਼ਟ ਤੋਂ ਸਵਾਦਿਸ਼ਟ ਲੰਗਰ, ਇਹ ਆਦਿ ਕਾਲ ਤੋਂ ਬਣਦਾ ਰਿਹਾ। ਆਪ ਨੇ ਗੁਰੂ ਨਾਨਕ ਦੇਵ ਜੀ ਦੀ ਉਹ ਗਾਥਾ ਜ਼ਰੂਰ ਸੁਣੀ ਹੋਏਗੀ, ਪੜ੍ਹੀ ਹੋਵੇਗੀ, ਜਿਹਦੇ ਵਿੱਚ ਮਹਾਰਾਜ ਜੀ ਨੇ ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ ਨੂੰ ਆਖਿਆ ਬਈ 20,000 ਤੋਂ ਵੱਧ ਸੰਗਤਾਂ ਪਹੁੰਚ ਰਹੀਆਂ ਨੇ, ਤੇ ਪ੍ਰਬੰਧ ਕਰੋ ਉਹਨਾਂ ਨੂੰ ਲੰਗਰ ਵਿੱਚ ਮਠਿਆਈਆਂ ਵਰਤਾਉਣੀਆਂ। ਤੇ ਉਹਨਾਂ ਕਿਹਾ ਗੁਰੂ ਪਿਤਾ ਪਹਿਲੇ ਥੋੜ੍ਹਾ ਸਮਾਂ ਦੱਸ ਦਿੰਦੇ ਤਾਂ ਅਸੀਂ ਪ੍ਰਬੰਧ ਕਰ ਲੈਂਦੇ, ਤੇ ਹੁਣ ਇੱਕਦਮ ਕਿੱਥੋਂ ਪ੍ਰਬੰਧ ਹੋਵੇਗਾ। ਤੇ ਮਹਾਰਾਜ ਕਹਿਣ ਲੱਗੇ ਸੰਗਤ ਪਾਰ ਬ੍ਰਹਮ ਪਰਮੇਸ਼ਵਰ ਦਾ ਰੂਪ ਹੈ, ਪਾਰ ਬ੍ਰਹਮ ਪਰਮੇਸ਼ਵਰ ਨੇ ਭੇਜੀ ਹੈ, ਤੇ ਤੁਹਾਨੂੰ ਕਿੱਥੋਂ ਭੁਲੇਖਾ ਲੱਗ ਗਿਆ ਵੀ ਪ੍ਰਬੰਧ ਤੁਸੀਂ ਕਰਨਾ ਹੈ। ਪ੍ਰਬੰਧ ਵੀ ਉਸਨੇ ਆਪ ਹੀ ਕਰਨਾ। ਇਸ ਲਈ ਇਹ ਦਰਖਤ ਤੇ ਚੜ੍ਹੋ ਤੇ ਇਹਨੂੰ ਝੋਣੋ ਤੇ ਮਠਿਆਈਆਂ ਢਹਿ ਪੈਣਗੀਆਂ। ਉਹਨਾਂ ਹੱਸਦੇ ਹੋਏ ਕਿਹਾ ਬਾਪੂ ਉਮਰ ਵਡੇਰੀ ਹੋ ਗਈ, ਕਦੀ ਕਿੱਕਰਾਂ ਤੋਂ ਮਠਿਆਈਆਂ ਗਿਰਦੀਆਂ ਨੇ। ਤੇ ਮਹਾਰਾਜ ਜੀ ਦੀਆਂ ਜਨਮ ਸਾਖੀਆਂ 'ਚ ਦਰਜ ਹੈ। ਫਿਰ ਭਾਈ ਲਹਿਣਾ ਜੀ ਵਾਲੇ ਇਸ਼ਾਰਾ ਹੋਇਆ, ਤੇ ਸਤ ਬਚਨ ਕਹਿ ਕੇ ਉਹਨਾਂ ਨੇ ਉੱਪਰ ਚੜ੍ਹ ਕੇ ਕਿੱਕਰ ਦਾ ਦਰਖਤ ਹਿਲਾਇਆ, ਤੇ ਮਠਿਆਈਆਂ ਦੇ ਅੰਬਾਰ ਲੱਗ ਗਏ। ਇਹ ਮਠਿਆਈਆਂ ਵਰਤਾਉਣੀਆਂ ਕਿਸ ਨੂੰ? ਗੁਰੂ ਕੀ ਸੰਗਤ ਨੂੰ।
ਗੁਰੂ ਕੀ ਸੰਗਤ ਨੇ ਮਠਿਆਈ ਦੀ ਮੰਗ ਕੀਤੀ ਸੀ ਲੰਗਰ ਵਿੱਚ, ਜਦ ਬੀਬੀ ਵੀਰੋ ਜੀਆਂ ਦਾ ਆਨੰਦ ਕਾਰਜ ਸੀ ਤੇ ਮਾਤ ਜੀਆਂ ਨੇ ਕਹਿ ਦਿੱਤਾ ਵੀ ਇਹ ਮਠਿਆਈਆਂ ਆਮ ਸੰਗਤਾਂ ਲਈ ਨਹੀਂ, ਇਹ ਬਰਾਤੀਆਂ ਲਈ। ਆਮ ਸੰਗਤਾਂ ਲਈ ਮਠਿਆਈਆਂ ਲੰਗਰ ਵਿੱਚ ਬਣਦੀਆਂ ਪਈਆਂ ਤੇ ਮਹਾਰਾਜ ਜੀ ਨੇ ਬੋਲ ਵੀ ਕਹਿ ਦਿੱਤੇ, ਕਹਾ ਤੁਛ ਥੀ ਉਹ ਮਠਿਆਈ ਜੋ ਸਿੱਖਣ ਕੇ ਕਾਮ ਨਾ ਆਈ। ਇਹ ਸਾਰੀਆਂ ਉਦਾਹਰਣਾਂ ਇਸ ਗੱਲ ਨੂੰ ਸਪਸ਼ਟ ਕਰਦੀਆਂ ਨੇ ਕਿ ਗੁਰੂ ਨਾਨਕ ਦੇ ਘਰ ਸਿਰਫ ਦਾਲ ਫੁਲਕੇ ਵਾਲਾ ਲੰਗਰ ਨਹੀਂ ਰਿਹਾ, ਸਵਾਦਿਸ਼ਟ ਭੋਜਨ ਬਣਦੇ ਰਹੇ। ਵੱਧ ਤੋਂ ਵੱਧ ਮਿਹਨਤ ਕਰਕੇ, ਯਤਨ ਕਰਕੇ, ਕਿਉਂਕਿ ਗੁਰੂ ਨਾਨਕ ਦਾ ਹੀ ਘਰ ਐਸਾ ਹੈ ਜਿੱਥੇ ਆਇਆ ਹੋਇਆਂ ਨੂੰ ਸ਼ਰਧਾਲੂ ਨਹੀਂ ਸਮਝਿਆ ਜਾਂਦਾ, ਯਾਤਰੀ ਨਹੀਂ ਸਮਝਿਆ ਜਾਂਦਾ, ਮੁਸਾਫਰ ਨਹੀਂ ਸਮਝਿਆ ਜਾਂਦਾ। ਗੁਰੂ ਨਾਨਕ ਦੇ ਘਰ ਆਇਆ ਹੋਇਆ ਸੱਜਣਾ ਨੂੰ, ਮਾਤਾਵਾਂ ਨੂੰ, ਬੱਚੀਆਂ ਨੂੰ ਗੁਰੂ ਰੂਪ, ਗੁਰੂ ਸਾਧ ਸੰਗਤ ਸਮਝਿਆ ਜਾਂਦਾ ਹੈ ਤੇ ਗੁਰੂ ਰੂਪ ਕਰਕੇ ਉਹਨਾਂ ਦਾ ਸਨਮਾਨ ਹੁੰਦਾ। ਇਸ ਲਈ ਸਵਾਦਿਸ਼ਟ ਤੋਂ ਸਵਾਦਿਸ਼ਟ ਭੋਜਨ, ਵਧੀਆ ਤੋਂ ਵਧੀਆ ਰਿਹਾਇਸ਼ਾਂ ਤੇ ਵਧੀਆ ਤੋਂ ਵਧੀਆ ਸਾਰਾ ਪ੍ਰਬੰਧ ਜਿਹੜਾ ਉਹ ਕੀਤਾ ਜਾਂਦਾ ਹੈ। ਇਸ ਤਰ੍ਹਾਂ ਬਹੁਤ ਸਵਾਦਿਸ਼ਟ ਭੋਜਨ ਮਹਾਰਾਜ ਜੀਆਂ ਨੇ ਲੰਗਰੀਆਂ ਨੂੰ, ਸੂਪਕਾਰਾਂ ਨੂੰ ਕਹਿ ਕੇ ਤਿਆਰ ਕਰਵਾਏ। ਇਸ ਢੰਗ ਨਾਲ ਸੇਵਾ ਹੁੰਦੀ ਹੈ। ਅਸਨ ਬਨਤ ਹੈ ਬਿਬਧ ਪ੍ਰਕਾਰ, ਅਨੇਕਾਂ ਤਰੀਕਿਆਂ ਨਾਲ ਅਨੇਕਾਂ ਪ੍ਰਕਾਰ ਦੇ ਪਦਾਰਥ ਤਿਆਰ ਹੋ ਰਹੇ ਹਨ। ਸਵਾਦ ਲਿਖਟ ਰਸ ਖਾਏ ਆਹਾਰੇ, ਬਹੁਤ ਸਾਰੇ ਸਵਾਦਿਸ਼ਟ ਨੇ, ਮਿੱਠੇ ਹਨ, ਖੱਟੇ ਹਨ। ਔਰ ਇਸ ਤਰ੍ਹਾਂ ਤੁਰ ਸਾਧਕ ਜਿਹੜੇ ਰਸ ਨੇ ਛਕਣ ਵਾਲੇ, ਉਹ ਸਾਰੇ ਤਿਆਰ ਕੀਤੇ ਗਏ। ਦੋਨੋਂ ਸਮੈ ਅਚਬ ਤ੍ਰਿਪਤਾਵੈ, ਤੇ ਦੋਵੇਂ ਵੇਲੇ ਸਵੇਰੇ ਸ਼ਾਮ ਸਵਾਦਿਸ਼ਟ ਤੋਂ ਸਵਾਦਿਸ਼ਟ ਭੋਜਨ ਸੰਗਤਾਂ ਛਕ ਕੇ ਤੇ ਪ੍ਰਸੰਨ ਹੁੰਦੀਆਂ ਹਨ। ਅਨਗਨ ਸੰਗਤ ਮੇਲਾ ਆਵੈ, ਸੰਗਤਾਂ ਦੀ ਕੋਈ ਗਿਣਤੀ ਨਹੀਂ ਹੈ ਵੀ ਕਿੰਨੀਆਂ ਆ ਰਹੀਆਂ। ਸਾਧ ਸੰਗਤ ਸਭ ਥਾਈਂ ਗਿਣਤੀ ਹੁੰਦੀ। ਕੋਈ ਰਿਸ਼ਤੇਦਾਰੀ ਵਿੱਚ ਤੁਸੀਂ ਦੇਖਿਆ ਵਿਆਹ ਹੁੰਦਾ, ਬਾਰਾਤ ਆਉਣੀ ਹੈ, ਗਿਣਤੀ ਹੁੰਦੀ ਹੈ ਨਾ ਵੀ ਕਿੰਨੇ ਬੰਦੇ ਆਉਣਗੇ ਜੀ, ਐਨੇ ਬੰਦੇ ਆਉਣਗੇ, ਉਹਨਾਂ ਦਾ ਪ੍ਰਬੰਧ ਹੋਵੇਗਾ। ਹੋਰ ਕੋਈ ਸਮਾਗਮ ਹੈ ਘਰ ਵਿੱਚ, ਸਮਾਜਿਕ ਕੋਈ ਇਕੱਠ ਹੈ ਤੇ ਹਲਵਾਈਆਂ ਨੂੰ ਅਸੀਂ ਗਿਣਤੀ ਦੱਸਦੇ ਹਾਂ ਵੀ ਇੰਨੇ ਬੰਦਿਆਂ ਦਾ ਇਹ ਤਿਆਰ ਕਰ ਦਿਓ, ਇੰਨੇ ਬੰਦਿਆਂ ਦਾ ਇਹ ਤਿਆਰ ਕਰ ਦਿਓ। ਤੇ ਰਾਜਿਆਂ ਮਹਾਰਾਜਿਆਂ ਦੇ ਘਰ ਵਿੱਚ ਵੀ ਗਿਣਤੀ ਹੁੰਦੀ ਤੇ ਬਕਾਇਦਾ ਐਂਟਰੀ ਪਾਸ ਬਣਦਾ ਜਾਣ ਵਾਸਤੇ ਵੀ ਇੰਨੇ ਬੰਦੇ ਆਉਣਗੇ, ਉਨੀਆਂ ਕੁਰਸੀਆਂ ਰੱਖਾਂਗੇ, ਉਨੀਆਂ ਪਲੇਟਾਂ ਦਾ ਇੰਤਜ਼ਾਮ ਹੋਵੇਗਾ ਤੇ ਉਹਨੇ ਬੰਦਿਆਂ ਦਾ ਭੋਜਨ ਇੰਤਜ਼ਾਮ ਹੋਵੇ। ਦੁਨੀਆ ਦੇ ਤਮਾਮ ਰਾਜੇ ਮਹਾਰਾਜਿਆਂ ਦੇ ਘਰ ਵਿੱਚ ਅੱਜ ਵੀ ਗਿਣਤੀ ਮਿਣਤੀ ਚੱਲਦੀ ਹੈ, ਪਹਿਲੇ ਵੀ ਚੱਲਦੀ ਰਹੀ ਤੇ ਸਦਾ ਹੀ ਚੱਲਦੀ ਰਹੇਗੀ। ਪਰ ਸਾਧ ਸੰਗਤ ਗੁਰੂ ਨਾਨਕ ਦੇਵ ਜੀ ਦਾ ਘਰ ਐਸਾ ਹੈ ਜਿੱਥੇ ਅਣਗਿਣਤ ਆ ਜਾਵਣ, ਗਿਣਤੀ ਮਿਣਤੀ ਕੋਈ ਨਹੀਂ ਹੈ, ਬੇਸ਼ੁਮਾਰ ਸੰਗਤਾਂ ਆਉਂਦੀਆਂ ਹਨ ਤੇ ਮੈਂ ਕਦੀ ਘਟਦਾ ਹੋਇਆ ਕੁਛ ਨਹੀਂ ਦੇਖਿਆ। ਗੁਰੂ ਪਾਤਸ਼ਾਹ ਜੀ ਦੀ ਸੇਵਾ ਵਿੱਚ ਮੇਰੇ ਜੀਵਨ ਦੇ ਜ਼ਿਆਦਾ ਨਹੀਂ ਤਾਂ ਮੈਂ ਅਰਜ਼ ਕਰਾਂ ਕੋਈ 35, 37, 40 ਸਾਲ ਤਾਂ ਹੋ ਗਏ ਮੈਨੂੰ ਇਸ ਲਾਈਨ ਵਿੱਚ ਵਿਚਰਦਿਆਂ ਹੋਇਆਂ, ਦੇਖਦਿਆਂ ਹੋਇਆਂ। ਤੇ ਦੂਜੇ ਪਾਸੇ ਕਹੀਏ ਤੁਹਾਡੀ ਸਾਰਿਆਂ ਦੀ ਵੀ ਸਾਰੀ ਉਮਰ ਹੋ ਗਈ। ਅੱਜ ਤੱਕ ਤੁਸੀਂ ਦੁਨੀਆ ਦੀ ਕੋਈ ਇੱਕ ਉਦਾਹਰਣ ਦੇਵੋ ਕਿ ਫਲਾਣੇ ਥਾਂ ਗਿਣ ਕੇ ਲੋਕਾਂ ਲਈ ਕੜਾ ਪ੍ਰਸਾਦ ਤਿਆਰ ਕੀਤਾ ਗਿਆ ਸੀ ਤੇ ਉਸ ਤੋਂ ਜ਼ਿਆਦਾ ਆ ਗਏ ਨੇ ਤੇ ਪੂਰਾ ਨਹੀਂ ਆਇਆ, ਕੜਾ ਪ੍ਰਸਾਦ ਮੁੱਕ ਗਿਆ, ਖਤਮ ਹੋ ਗਿਆ, ਸੁਣਿਆ ਕਦੀ? ਨਾਲ ਨਾਲ ਸਤਿਗੁਰੂ ਬਰਕਤ ਪਾਈ ਜਾਂਦੇ। ਜੇ 50 ਬੰਦਿਆਂ ਲਈ ਬਣਿਆ ਤੇ 50,000 ਵੀ ਆ ਜਾਵੇ ਤੇ ਉਹੀ ਪੂਰਾ ਹੋ ਜਾਂਦਾ, ਘਟਦਾ ਨਹੀਂ। ਬਲਕਿ ਮਹਾਰਾਜ ਜੀ ਦਾ ਬਚਨ ਹੈ, ਖਾਵੇਂ ਖਰਚੈਂ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਏ। ਬਈ ਫਲਾਣੇ ਤਾਂ ਗੁਰੂ ਨਾਨਕ ਦਾ ਗੁਰਪੁਰਬ ਮਨਾਇਆ ਤੇ ਦਾਲ ਪ੍ਰਸਾਦੇ ਘਟ ਗਏ ਨੇ, ਘਟਿਆ ਨਹੀਂ ਵੱਧ ਗਏ ਨੇ ਸਦਾ। ਬਾਅਦ ਵਿੱਚ ਇਹ ਹੀ ਕਹਿੰਦੇ ਸੁਣਿਆ ਗਿਆ ਵੀ ਹੁਣ ਜਿਹੜਾ ਵੱਧ ਗਿਆ ਕਿਹਨੂੰ ਦੇਈਏ। ਫਿਰ ਅਨਾਉਂਸਮੈਂਟ ਹੁੰਦੀ ਹੈ ਬਈ ਜਿਹੜੇ ਪਰਿਵਾਰ ਨੇ ਲੈ ਜਾਣਾ ਚਾਹੁਣ ਤੇ ਆ ਕੇ ਲੈ ਜਾਣ।
ਵੰਡ ਵੰਡ ਕੇ ਰਜਾ ਰਜਾ ਕੇ ਸਕਾ ਸਕਾ ਕੇ ਗੁਰੂ ਨਾਨਕ ਦਾ ਘਰ ਹੈ। ਇੱਥੇ ਫੇਰ ਸਭ ਕੁਝ ਵੱਧ ਜਾਂਦਾ, ਘਟਦਾ ਕੁਛ ਨਹੀਂ, ਬਰਕਤਾਂ ਵੱਧ ਜਾਂਦੀਆਂ ਨੇ, ਗਿਣਤੀ ਮਿਣਤੀ ਕੋਈ ਨਹੀਂ। ਬੇਸ਼ੁਮਾਰ ਸੰਗਤਾਂ ਆਉਂਦੀਆਂ ਨੇ ਤੇ ਰੱਜ ਕੇ ਤ੍ਰਿਪਤ ਹੋ ਕੇ ਦੋਵੇਂ ਵੇਲੇ ਲੰਗਰ ਛਕਦੀਆਂ ਨੇ ਤੇ ਫਿਰ ਸਾਰੇ ਪਦਾਰਥ ਵੱਧ ਜਾਂਦੇ, ਕਿਉਂਕਿ ਹੋਰ ਕਿਸੇ ਦਾ ਘਰ ਨਹੀਂ ਹੈ, ਇਹ ਗੁਰੂ ਨਾਨਕ ਦੇਵ ਜੀ ਦਾ ਘਰ ਹੈ। ਅੱਜ ਵੀ ਜਦ ਨਨਕਾਣਾ ਸਾਹਿਬ ਮੁਸਲਮਾਨ ਵੀਰਾਂ ਦੇ ਬੱਚੇ ਖੇਲਦੇ ਨਾ ਬਾਹਰ, ਤੇ ਉਹ ਸ਼ਾਮ ਦੀ ਖੇਡ ਇੱਥੋਂ ਆਰੰਭ ਕਰਦੇ ਨੇ, ਕਹਿੰਦੇ ਨੇ ਗੁਰੂ ਨਾਨਕ ਦਾ ਘਰ ਕਿਹੜਾ, ਤੇ ਬਾਕੀ ਸਾਰੇ ਇੱਕ ਆਵਾਜ਼ ਵਿੱਚ ਕਹਿੰਦੇ ਨੇ ਜਿਸ ਦਾ ਖੁੱਲ੍ਹਾ ਵਿਹੜਾ। ਖੁੱਲ੍ਹਾ ਵਿਹੜਾ ਤੋਂ ਮੁਰਾਦ ਇਹ ਹੈ ਜਿੰਨੇ ਮਰਜ਼ੀ ਆ ਜਾਣ ਸਮਾ ਜਾਂਦੇ ਨੇ, ਕਿਸੇ ਨੂੰ ਇਹ ਨਹੀਂ ਕਹਿਣਾ ਪੈਂਦਾ ਵੀ ਤੇਰੇ ਲਈ ਥਾਂ ਨਹੀਂ ਹੈਗੀ ਫਿਰ ਆ ਜਾਏ, ਸਾਰੇ ਹੀ ਸਮਾ ਜਾਂਦੇ ਨੇ। ਕਿਸੇ ਨੂੰ ਇਹ ਨਹੀਂ ਕਹਿਣਾ ਪੈਂਦਾ ਵੀ ਲੰਗਰ ਨਹੀਂ ਹੈ ਕੱਲ੍ਹ ਆ ਜਾਏ, ਸਾਰੇ ਰੱਜ ਰੱਜ ਕੇ ਤ੍ਰਿਪਤ ਹੋ ਕੇ ਛਕਦੇ ਨੇ। ਤੇ ਬੜਾ ਸਵਾਦਿਸ਼ਟ ਜਿਹੜੇ 36 ਪਦਾਰਥ ਨੇ ਖਟ ਰਸ ਬਣਦੇ ਹਨ। ਦਿਵਸ ਨਿਸ਼ਾਨਰ ਮਿਲ ਸਮੁਦਾਈ, ਦਿਨ ਰਾਤ ਅਨੇਕਾਂ ਹੀ ਸੰਗਤਾਂ ਮਿਲ ਕਰਕੇ ਕਰਹਿ ਦੇਗ ਕੁਛ ਗਨੀ ਨਾ ਜਾਈ। ਤੇ ਇੰਨੇ ਪਦਾਰਥ ਬਣ ਰਹੇ ਨੇ, ਘਿਓ ਦੇ ਮਾਨੋਂ ਦਰਿਆ ਵਗਦੇ ਪਏ, ਦੁੱਧ ਦੇ ਦਰਿਆ ਵਗਦੇ ਪਏ ਨੇ, ਪਦਾਰਥਾਂ ਦੇ ਮਾਨੋਂ ਦਰਿਆ ਵਗਦੇ ਪਏ ਨੇ। ਕੁਝ ਗਿਣਤੀ ਮਿਣਤੀ ਨਹੀਂ ਹੈ, ਅਣਗਿਣਤ ਹੀ ਦੇਗਾਂ ਪੱਕ ਰਹੀਆਂ ਨੇ ਔਰ ਭੋਜਨ ਬਣਦਾ ਪਿਆ। ਕਰੇ ਦੇਗ ਕੁਛ ਗਨੀ ਨਾ ਜਾਏ, ਗਿਣਤੀ ਮਿਣਤੀ ਤੋਂ ਬਾਹਰ ਸਭ ਕੁਝ ਚੱਲ ਰਿਹਾ ਹੈ। ਇੱਕ ਤੋਂ ਵਿਆਹ ਮੇਲ ਅਰ ਮੇਲਾ, ਤੇ ਭਾਈ ਸਾਹਿਬ ਲਿਖਦੇ ਨੇ ਇੱਕ ਤਾਂ ਵਿਆਹ ਹੈਗਾ ਬਾਬਾ ਸੂਰਜਮਲ ਜੀ ਦਾ, ਤੇ ਦੂਜਾ ਵਿਸਾਖੀ ਦਾ ਮਹਾਨ ਜੋੜ ਮੇਲਾ ਵੀ ਨਾਲ ਹੈ। ਇਸ ਲਈ ਸੰਗਤਾਂ ਜਿੱਥੋਂ ਤੱਕ ਨਜ਼ਰ ਜਾਂਦੀ ਹੈ, ਸੰਗਤਾਂ ਦਾ ਸੈਲਾਬ ਆਇਆ ਹੋਇਆ ਹੈ। ਸੁਨ ਜਹ ਕਹਤੇ ਬਹੁਤ ਸਕੇਲਾ, ਬਹੁਤ ਜਗ੍ਹਾ ਤੋਂ ਮਹਾਰਾਜ ਜੀ ਦੇ ਵਿਸਾਖੀ ਦੇ ਸਮਾਗਮ ਤੇ ਬਾਬਾ ਸੂਰਜਮਲ ਜੀ ਦਾ ਵਿਆਹ ਸੁਣ ਕੇ ਬਹੁਤ ਜਗ੍ਹਾ ਤੋਂ ਇਕੱਠੇ ਹੋ ਕੇ ਸੰਗਤਾਂ ਦੇ ਜਥੇ ਪਹੁੰਚੇ ਹਨ। ਨਿਤ ਪ੍ਰਤ ਸਤਿਗੁਰ ਲਾਏ ਦੀਵਾਨ, ਤੇ ਦਿਨ ਪ੍ਰਤੀ ਦਿਨ ਮਹਾਰਾਜ ਜੀ ਦਾ ਦੀਵਾਨ ਲੱਗਦਾ ਹੈ। ਦੀਵਾਨ ਤੋਂ ਮੁਰਾਦ ਮਹਾਰਾਜ ਆਪਣੇ ਸਿੰਘਾਸਣ ਤੇ ਬੈਠਦੇ ਨੇ, ਤੇ ਜਿਵੇਂ ਆਪ ਸਾਰੇ ਬੈਠ ਕੇ ਦਰਸ਼ਨ ਦੀਦਾਰ ਕਰ ਰਹੇ ਹੋ, ਇਸ ਤਰ੍ਹਾਂ ਸੰਗਤਾਂ ਮਹਾਰਾਜ ਜੀ ਦੇ ਦੀਦਾਰ ਕਰਦੀਆਂ ਹਨ। ਸੁਬਟ ਹਜ਼ਾਰੋਂ ਬੈਠ ਹੈ ਆਨ, ਤੇ ਹਜ਼ਾਰਾਂ ਹੀ ਸੂਰਮੇ ਮਹਾਰਾਜ ਜੀ ਦੇ ਸਿੱਖ, ਇਹ ਸੂਰਮੇ ਨਿਤਨੇਮੀ ਨੇ, ਸੁਭਾਟ ਨੇ, ਇਹ ਉਹ ਭੱਟ ਨਹੀਂ ਹੈਗੇ ਬਈ ਥੋੜੀ ਜਿਹੀ ਤਨਖਾਹ ਵਾਸਤੇ ਕਿਸੇ ਤੇ ਨਜਾਇਜ਼ ਕੰਮ ਕਰ ਦੇਣ, ਲੁੱਟ ਪਾਟ ਕਰ ਲੈਣ, ਮਾਰ ਕਾਟ ਕਰ ਦੇਣ। ਇਹ ਸੰਤ ਸਿਪਾਹੀ ਨੇ ਜੋ ਮਹਾਰਾਜ ਜੀ ਦੇ ਸੈਨਿਕ ਹਨ, ਤੇ ਗਿਣਤੀ 1000 2000 ਨਹੀਂ, ਹਜ਼ਾਰ ਹਾਂ ਭਾਈ ਜੀ ਨੇ ਆਖੀ ਹੈ। ਜੋ ਸੰਬੰਧੀ ਸਭ ਤਬ ਆਵੈ, ਜਿਤਨੇ ਸੰਬੰਧੀ ਨੇ ਮਹਾਰਾਜ ਜੀ ਦੇ ਉਹ ਸਾਰੇ ਵੀ ਆ ਰਹੇ ਨੇ, ਤੇ ਜਿਤਨੇ ਇਹਨਾਂ ਸੂਰਮਿਆਂ ਦੇ ਸੰਬੰਧੀ ਪਰਿਵਾਰ ਨੇ, ਅੱਗੋਂ ਰਿਸ਼ਤੇਦਾਰ ਨੇ, ਉਹ ਸਾਰੇ ਵੀ ਪਹੁੰਚੇ ਹੋਏ ਹਨ। ਸੰਗਤ ਅਨਗਨ ਭੇਟ ਚੜਾਵੈ, ਤੇ ਸੰਗਤਾਂ ਵੱਲੋਂ ਅਣਗਿਣਤ ਭੇਟਾਵਾਂ ਮਹਾਰਾਜ ਜੀ ਦੇ ਸ੍ਰੀ ਚਰਨ ਕਮਲਾਂ ਚ ਅਰਪਣ ਹੋ ਰਹੀਆਂ ਹਨ। ਅਦਕ ਭੀਰ ਗੁਰ ਕੇ ਚੋਂ ਫੇਰੇ, ਤੇ ਸਾਰੇ ਪਾਸੇ ਗੁਰੂ ਪਾਤਸ਼ਾਹ ਜੀ ਦੇ ਤੇ ਨਗਰ ਦੇ ਚਾਰੋਂ ਪਾਸੇ ਬਹੁਤ ਵੱਡਾ ਇਕੱਠ ਹੋਇਆ ਹੈ। ਸਾਹਿਬਜ਼ਾਦੇ ਚਾਰ ਹੋਨੇਰੇ, ਤੇ ਚਾਰੇ ਸਾਹਿਬਜ਼ਾਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਅਣੀ ਰਾਏ ਜੀ ਆਦਿਕ ਇਹ ਨਾਲ ਹੀ ਹਨ। ਇਮਨਿਤ ਮੰਗਲ ਹੋਤ ਨਵੀਨਾ, ਔਰ ਇਸ ਤਰ੍ਹਾਂ ਦੇ ਨਾਲ ਇਸ ਤਰ੍ਹਾਂ ਨਿਤਾ ਪ੍ਰਤੀ ਨਵੀਆਂ ਖੁਸ਼ੀਆਂ ਬਰਸ ਰਹੀਆਂ ਹਨ। ਨਿਕਟ ਵਿਆਹ ਕੋ ਬਾਸੁਰ ਚੀਨਾ, ਇਸ ਤਰ੍ਹਾਂ ਬਾਬਾ ਸੂਰਜਮਲ ਜੀ ਦਾ ਵਿਆਹ ਦਾ ਦਿਨ ਨੇੜੇ ਹੀ ਜਾਣਿਆ ਗਿਆ। ਸ੍ਰੀ ਹਰਿ ਗੋਬਿੰਦ ਹੁਕਮ ਬਖਾਨਾ, ਮਹਿਮਾ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੇ
ਸਾਰੇ ਸੰਬੰਧੀਆਂ ਪ੍ਰਤੀ ਹੁਕਮ ਕੀਤਾ। ਸਜ ਹੋ ਬਰਾਤ ਤਿਆਰ ਬਿਦ ਨਾਨਾ। ਮਹਾਰਾਜ ਕਹਿਣ ਲੱਗੇ ਸਾਰੇ ਬਰਾਤ ਵਾਸਤੇ ਤਿਆਰ ਬਰ ਤਿਆਰ ਹੋ ਜਾਓ। ਕਰਤਾਰਪੁਰ ਸਾਹਿਬ ਜੋ ਨਗਰ ਗੁਰੂ ਪਿਤਾ ਗੁਰੂ ਅਰਜਨ ਦੇਵ ਜੀ ਨੇ ਵਸਾਇਆ ਹੋਇਆ ਹੈ, ਉੱਥੇ ਬਾਰਾਤ ਜਾਣੀ ਹੈ। ਸੁਨ ਆਇਸ ਸਭ ਕੇ ਚਿਤ ਚਾਊ। ਇਹ ਆਗਿਆ ਸੁਣ ਕੇ ਤੇ ਸਾਰਿਆਂ ਦੇ ਮਨ ਵਿੱਚ ਚਾਅ ਚੜ ਗਿਆ, ਬੜਾ ਉਤਸ਼ਾਹ ਬਣਿਆ। ਬਸਨ ਬੇਭੂਖਣ ਦੇਹੋ ਸਜਾਊ। ਤੇ ਆਪਣੇ ਸਰੀਰ ਤੇ ਬਹੁਤ ਸੋਹਣੇ ਬਸਤਰ ਤੇ ਕੀਮਤੀ ਗਹਿਣੇ, ਬੇਸ਼ਕੀਮਤੀ ਗਹਿਣੇ ਆਦਿਕ ਪਾਨੇ ਹਨ। ਸਜ ਸਜ ਸੁੰਦਰ ਬਾਹਨ ਨਾਨਾ। ਤੇ ਬਹੁਤ ਸੋਹਣੇ ਜਿਹੜੇ ਵਾਹਨ ਨੇ, ਆਉਣ ਜਾਣ ਦੇ ਸਾਧਨ, ਜਿਵੇਂ ਰੱਥ ਨੇ, ਬੈਲ ਗੱਡੀਆਂ ਹਨ, ਗੜਬੈਲ ਹਨ ਤੇ ਘੋੜੇ ਆਦਿਕ ਨੇ, ਉਹਨਾਂ ਨੂੰ ਵੀ ਬਹੁਤ ਸਜਾਇਆ ਗਿਆ। ਵਿਸ਼ੇਸ਼ ਰੂਪ ਵਿੱਚ ਉਹਨਾਂ ਦੀ ਸਜਾਵਟ ਕੀਤੀ ਗਈ ਹੈ। ਭਏ ਅਰੂਡਨ ਤਿਆਰ ਸੁਜਾਨਾ। ਤੇ ਬੜੇ ਸਿਆਣੇ ਗੁਰਸਿੱਖ ਉਹਨਾਂ ਰਥਾਂ ਤੇ, ਘੋੜਿਆਂ ਤੇ, ਬੈਲ ਗੱਡੀਆਂ ਤੇ ਚੱਲਣ ਵਾਸਤੇ ਤਿਆਰ ਹੋ ਕੇ ਬੈਠੇ ਹਨ। ਪ੍ਰਥਮ ਬ੍ਰਿੰਦੀ ਕਰ ਲੈ ਪਕਵਾਨਾ। ਤੇ ਸਭ ਤੋਂ ਪਹਿਲਾਂ ਬਹੁਤ ਜ਼ਿਆਦਾ ਪਕਵਾਨ ਤਿਆਰ ਕੀਤੇ ਹਨ। ਸ੍ਰੀ ਹਰਗੋਬਿੰਦ ਪਰਮ ਸੁਜਾਨਾ। ਤੇ ਮਹਾਨ ਪ੍ਰਵੀਨਤਾ ਦੇ ਸਾਗਰ ਹਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਪ੍ਰਥਮ ਬ੍ਰਿੰਦ ਕਰ ਲੈ ਪਕਵਾਨਾ। ਤਖਤ ਅਕਾਲ ਅਰਪ ਕਰ ਭਲੇ। ਸਭ ਤੋਂ ਪਹਿਲਾਂ ਭੋਜਨ ਤਿਆਰ ਕਰਕੇ, ਕੜਾਹ ਪ੍ਰਸਾਦ ਦੀ ਦੇਗ ਤਿਆਰ ਕਰਕੇ, ਤਰ੍ਹਾਂ ਤਰ੍ਹਾਂ ਦੇ ਪਕਵਾਨ ਤਿਆਰ ਕਰਕੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਥਾਲ ਆਪ ਹੱਥ ਵਿੱਚ ਲੈ ਕੇ ਅਕਾਲ ਤਖਤ ਸਾਹਿਬ ਆ ਗਏ। ਇੱਕ ਵਾਰੀ ਸਾਰੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਵਾਰੀ ਫਿਰ ਆਖੋ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਾਨੂੰ ਦੱਸਦੇ ਨੇ ਵੀ ਕੰਮ ਆਰੰਭ ਕਿਵੇਂ ਕਰਨਾ। ਕੋਈ ਕੰਮ ਆਰੰਭ ਕਰਨਾ ਹੈ ਸਾਧ ਸੰਗਤ, ਤੇ ਸਿੱਖ ਚਾਹੇ ਵੀ ਮੈਨੂੰ ਇਸ ਵਿੱਚ ਕਾਮਯਾਬੀ ਮਿਲੇ, ਕਾਮਯਾਬ ਹੋਵਾਂ, ਤੇ ਬਲਕਿ ਹੋਰ ਜ਼ਿਆਦਾ ਉਮੀਦਾਂ ਤੋਂ ਵੱਧ ਬਰਕਤਾਂ ਪੈ ਜਾਵਣ, ਤੇ ਫਿਰ ਤਰੀਕਾ ਇਹ ਹੈ ਪਹਿਲੇ ਕੜਾਹ ਪ੍ਰਸਾਦ ਦੀ ਦੇਗ ਤਿਆਰ ਕਰ ਲਓ, ਫਿਰ ਮਹਾਰਾਜ ਜੀ ਦੇ ਚਰਨਾਂ ਵਿੱਚ ਭੋਗ ਲਵਾਓ, ਆਨੰਦ ਸਾਹਿਬ ਜੀ ਦਾ ਪਾਠ ਕਰੋ ਤੇ ਗੁਰੂ ਪਾਤਸ਼ਾਹ ਨੂੰ ਪ੍ਰਾਰਥਨਾ ਕਰੋ ਵੀ ਮਹਾਰਾਜ ਇਹ ਕੰਮ ਹੈ ਰਾਸ ਕਰ ਦਿਓ। ਤੇ ਸਤਿਗੁਰੂ ਵਿੱਚ ਆਪ ਹੋ ਕੇ ਕਾਰਜ ਰਾਸ ਕਰ ਦਿੰਦੇ, ਵਿੱਚ ਆਪ ਆ ਜਾਂਦੇ ਹਨ। ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ। ਕਿਸੇ ਕੰਮ ਦੀ ਵੀ ਕਾਮਯਾਬੀ ਲਈ ਤੁਹਾਨੂੰ ਮੜੀਆਂ ਮਸਾਣਾਂ ਤੇ ਜਾਣ ਦੀ ਲੋੜ ਨਹੀਂ। ਇਹ ਜੋਤਸ਼ੀਆਂ ਤੇ ਇਹ ਕਠਮੁੱਲਿਆਂ ਕੋਲ ਜਾਣ ਦੀ ਲੋੜ ਨਹੀਂ ਹੈ। ਬੜੇ ਲੋਕੀ ਤੁਰੇ ਫਿਰਦੇ, ਕੋਈ ਉਹਨਾਂ ਵੱਲੋਂ ਦਿੱਤਾ ਸੁਰਮਾ ਅੱਖਾਂ 'ਚ ਪਾਈ ਫਿਰਦਾ, ਕੋਈ ਹੋਰ ਤਵੀਜ਼ ਪਾਈ ਫਿਰਦਾ, ਔਰ ਆਪਣੇ ਆਪ ਨੂੰ ਗੁਰੂ ਦਾ ਸਿੱਖ ਵੀ ਅਖਵਾਉਂਦੇ ਨੇ। ਕੋਈ ਹੋਰ ਪੁੱਠੇ ਕੰਮ ਕਰੀ ਫਿਰਦਾ, ਤੇ ਸੱਚ ਜਾਣਨਾ ਇਹ ਸਭ ਵਹਿਮ ਤੁਮਾਤ ਹੈ, ਹੋਰ ਕੱਖ ਨਹੀਂ। ਪਰ ਸਤਿਗੁਰੂ ਜੀ ਦੇ ਘਰ ਸਭ ਕੁਝ ਸਾਹਮਣੇ ਹੁੰਦਾ ਪਿਆ, ਪ੍ਰਤੱਖ ਹੁੰਦਾ ਪਿਆ। ਮਹਾਰਾਜ ਜੀ ਦੇ ਬਚਨ ਨੇ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਗੁਰੂ ਵਿੱਚ ਹੋ ਕੇ ਕਾਰਜ ਸਵਾਰ ਦਿੰਦਾ ਹੈ। ਇਸ ਲਈ ਸਿੱਖ ਨੂੰ ਨਾ ਘਬਰਾਉਣ ਦੀ ਲੋੜ ਹੈ, ਨਾ ਕਾਹਲੇ ਪੈਣ ਦੀ ਲੋੜ। ਜੋ ਸੱਚ ਹੈ ਤੇ ਗੁਰੂ ਦੇ ਸਿੱਖ ਦੇ ਹਿਰਦੇ ਵਿੱਚ ਉਸ ਸੱਚ ਸ਼ਬਦ ਦਾ ਨਿਵਾਸ ਹੈ, ਉਹਦੇ ਵਾਸਤੇ ਇਹੀ ਹੈ ਵੀ ਕੜਾਹ ਪ੍ਰਸਾਦ ਦੀ ਦੇਗ ਕਰੋ। ਮੇਰੇ ਜੀਵਨ ਵਿੱਚ ਅਨੇਕਾਂ ਹੀ ਐਸੇ ਲੋਕ ਆਏ ਜਿਨ੍ਹਾਂ ਨੇ ਕਿਹਾ ਵੀ ਸਾਡਾ ਕੰਮ ਨਹੀਂ ਚੱਲਦਾ, ਸਾਡਾ ਇਹ ਨਹੀਂ ਹੁੰਦਾ, ਤੇ ਮੈਂ ਸਤਿਗੁਰੂ ਦਾ ਆਸਰਾ ਲੈ ਕੇ ਹੀ ਕਹਿੰਦਾ ਰਿਹਾ ਬਈ ਕੜਾਹ ਪ੍ਰਸਾਦ ਦੀ ਦੇਗ ਕਰੋ, ਅਰਦਾਸ ਕਰੋ। ਤੇ ਉਹਨਾਂ ਵਿੱਚ ਬਹੁਤ ਸਾਰੇ ਬਹੁ ਗਿਣਤੀ ਲੋਕਾਂ ਦੇ ਕੰਮ ਗੁਰੂ ਨੇ ਰਾਸ ਕਰ ਦਿੱਤੇ। ਆ ਦਿਨ ਰਾਤ ਇਹ ਮਹਾਰਾਜ ਜੀ ਦੀ ਮਿਹਰ ਵਰਤਦੀ ਹੋਈ ਦਿਖਾਈ ਪੈ ਰਹੀ। ਤੇ ਸਾਨੂੰ ਅੱਜ ਵੀ ਆਗਿਆ ਹੈ ਵੀ ਜਦ ਵੀ ਸਿੱਖ ਪੰਜ ਤਖਤ ਸਾਹਿਬਾਨ ਦੀ ਜ਼ਿਆਰਤ ਕਰੇ, ਦਰਸ਼ਨ ਦੀਦਾਰ ਲਈ ਪਹੁੰਚੇ,
ਤੇ ਕਮ ਸੇ ਕਮ 1.25 ਰੁਪਏ ਦੀ ਕੜਾਹ ਪ੍ਰਸਾਦ ਦੀ ਦੇਗ ਜ਼ਰੂਰ ਕਰਾਵੇ। ਇਹ ਰਹਿਤ ਮਰਿਆਦਾ ਸਾਡੀ ਦੱਸਦੀ ਪਈ। ਪਰ ਜੇ ਮੈਂ ਅਰਜ਼ ਕਰਾਂ, ਇਹ ਉਹਨਾਂ ਵਾਸਤੇ ਹੈ ਵੀ ਜਿਨ੍ਹਾਂ ਕੋਲ ਬਹੁਤ ਹੀ ਘੱਟ ਹੈਗਾ, ਥੋੜ੍ਹਾ ਹੈਗਾ, ਮਿਨੀਮਮ ਘੱਟ ਤੋਂ ਘੱਟ 1.25 ਰੁਪਏ ਦੀ ਦੇਗ ਜ਼ਰੂਰ ਕਰਾਵੇ। ਤੇ ਜੇ ਸਮਰੱਥਾ ਹੈ ਭਾਵੇਂ 1.25 ਕਰੋੜ ਗੋਲਕ ਵਿੱਚ ਪਾ ਦੇਵੇ, ਕੋਈ ਮਨਾ ਥੋੜ੍ਹੀ। ਜਿਨ੍ਹਾਂ ਨੂੰ ਮਹਾਰਾਜ ਨੇ ਸਮਰੱਥਾ ਬਖਸ਼ੀ ਹੈ ਔਰ ਜਿਨ੍ਹਾਂ ਨੂੰ ਇਸ ਗੱਲ ਦਾ ਬੋਧ ਹੈ ਕਿ ਦਾਤ ਗੁਰੂ ਦੀ ਹੈ, ਉਹ ਗੁਰੂ ਦੇ ਸ਼ੁਕਰਾਨੇ ਕਰਦੇ ਹੋਏ ਦਿਖਾਈ ਪੈਂਦੇ। ਕਿਉਂਕਿ ਮਹਾਰਾਜ ਜੀ ਨੇ ਆਪ ਦੱਸਿਆ, ਆਪ ਥਾਲ ਲਿਆ ਮਹਾਰਾਜ ਨੇ ਔਰ ਲੈ ਕੇ ਵਿੱਚ ਸਾਰੇ ਪਕਵਾਨ ਪਾਏ, ਪ੍ਰਸਾਦ ਕੜਾਹ ਪ੍ਰਸਾਦ ਦੀ ਦੇਗ ਤਿਆਰ ਸੀ ਉਹ ਪਾਈ। ਤੇ ਸਭ ਤੋਂ ਪਹਿਲਾਂ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਆ ਪਹੁੰਚੇ। ਹਾਂਜੀ, ਸ੍ਰੀ ਹਰਿਮੰਦਰ ਕੀ ਦਿਸ ਚਲੇ। ਇਸ ਤਰ੍ਹਾਂ ਦੇ ਨਾਲ ਸ੍ਰੀ ਹਰਗੋਬਿੰਦ ਪਰਮ ਸੁਜਾਨਾ ਤਖਤ ਅਕਾਲ ਅਰਪ ਕਰ ਭਲੇ। ਪਹਿਲੇ ਭਲੀ ਤਰ੍ਹਾਂ ਸ੍ਰੀ ਅਕਾਲ ਪੁਰਖ ਦੇ ਚਰਨਾਂ ਵਿੱਚ ਰੱਖਿਆ ਪ੍ਰਸਾਦ। ਸ੍ਰੀ ਅਕਾਲ ਤਖਤ ਅਕਾਲ ਪੁਰਖ ਦਾ ਤਖਤ। ਤੁਸੀਂ ਦੇਖਣਾ ਕਿਧਰੇ ਵੀ ਮਹਾਰਾਜ ਜੀ ਦਾ ਜੀਵਨ ਪੜ੍ਹੋਗੇ ਨਾ ਤੇ ਇਹ ਨਹੀਂ ਕਹਿਣਗੇ ਵੀ ਸਾਡਾ ਤਖਤ, ਆਪ ਇਹ ਕਹਿੰਦੇ ਨੇ ਅਕਾਲ ਪੁਰਖ ਦਾ ਤਖਤ। ਅਕਾਲ ਬੁੰਗਾ ਹੈ, ਪਰ ਬ੍ਰਹਮ ਪਰਮੇਸ਼ਵਰ ਦਾ ਤਖਤ ਸੱਚਖੰਡ ਤੋਂ ਲਿਆ ਕੇ ਸੰਸਾਰ ਦੇ ਭਲੇ ਲਈ ਜਗ੍ਹਾ ਜਗ੍ਹਾ ਸਥਾਪਨ ਕੀਤਾ ਹੈ। ਇਹ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਅਕਾਲ ਪੁਰਖ ਦਾ ਤਖਤ, ਕਿਸੇ ਬੰਦੇ ਦਾ ਨਹੀਂ, ਕੋਈ ਇਸ ਦਾ ਮਾਲਕ ਨਹੀਂ। ਅਸੀਂ ਸਾਰੇ ਭਾਵੇਂ ਕੋਈ ਜਥੇਦਾਰ ਹੈ, ਸੇਵਾਦਾਰ ਹੈ, ਪ੍ਰਬੰਧਕ ਹੈ, ਉਹ ਸਾਰੇ ਅਸੀਂ ਤਖਤ ਸਾਹਿਬ ਦੇ ਸੇਵਾਦਾਰ ਹਾਂ, ਮਾਲਕ ਨਹੀਂ ਕੋਈ। ਮਾਲਕ ਅਕਾਲ ਪੁਰਖ ਦੇ ਤਖਤ ਦਾ ਅਕਾਲ ਪੁਰਖ ਆਪ ਹੀ ਹੈ। ਸਤਿਗੁਰੂ ਜੀ ਨੇ ਪਹਿਲੇ ਉੱਥੇ ਅਰਦਾਸ ਕੀਤੀ ਤੇ ਫਿਰ ਨਾਲ ਦੇਗ ਲੈ ਕੇ, ਪਦਾਰਥ ਲੈ ਕੇ ਤੇ ਸ੍ਰੀ ਹਰਿਮੰਦਰ ਸਾਹਿਬ ਆ ਪਹੁੰਚੇ ਹਨ। ਬਸਤਰ ਬੇਭੂਖਨ ਸ਼ਾਸਤਰ ਸੋ ਅੰਗ। ਇਸ ਤਰ੍ਹਾਂ ਬਹੁਤ ਸੋਹਣੇ ਬਸਤਰ ਮਹਾਰਾਜ ਜੀ ਨੇ ਪਹਿਨੇ ਹੋਏ ਨੇ ਤੇ ਬਹੁਤ ਸੋਹਣੇ ਸ਼ਸਤਰ ਬੇਸ਼ਕੀਮਤੀ ਧਾਰਨ ਕੀਤੇ ਹੋਏ ਹਨ। ਸਿਰ ਗੁਰ ਦਿੱਤਾ ਸੋਬਤ ਸੰਗ। ਤੇ ਬਾਬਾ ਗੁਰਦਿੱਤਾ ਜੀ ਨਾਲ ਚੱਲ ਰਹੇ ਹਨ, ਬੜੇ ਸ਼ੋਭਾ ਪਾ ਰਹੇ ਹਨ। ਸੂਰਜ ਮਲ ਕੋ ਆਗੇ ਕੀਰਾਂ। ਤੇ ਬਾਬਾ ਸੂਰਜ ਮਲ ਜੀ ਨੂੰ ਅੱਗੇ ਕੀਤਾ ਹੋਇਆ ਹੈ। ਕਾਮ ਭਾਗ ਅਨ ਰਾਏ ਪ੍ਰਬੀਨ। ਔਰ ਇਸ ਤਰ੍ਹਾਂ ਦੇ ਨਾਲ ਅਣੀ ਰਾਏ ਜੀ ਖੱਬੇ ਪਾਸੇ ਨਾਲ ਚੱਲ ਰਹੇ ਹਨ। ਤਿਸ ਦਹਨ ਸ੍ਰੀ ਤੇਗ ਬਹਾਦਰ। ਤੇ ਸੱਜੇ ਪਾਸੇ ਧਰਮ ਦੀ ਚਾਦਰ। ਠੀਕਰ ਫੋਰ ਦਲੀਸ ਸਿਰ ਪ੍ਰਭੁਰ ਕੀਆ ਪਿਆਨ। ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੂ ਆਨ। ਧਰਮ ਰਕਸ਼ਕ, ਧਰਮ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੱਜੇ ਪਾਸੇ ਬਾਲ ਅਵਸਥਾ ਹੈ, ਨਾਲ ਨਾਲ ਚੱਲ ਰਹੇ ਹਨ। ਦਾਸ ਗੋਦ ਮਹਲੀ ਨੇ ਸਾਦਰ। ਇੱਕ ਸੇਵਕ ਨੇ ਉਹਨਾਂ ਨੂੰ ਗੁਰੂ ਤੇਗ ਬਹਾਦਰ ਜੀ ਨੂੰ ਆਪਣੀ ਗੋਦ ਵਿੱਚ ਚੁੱਕਿਆ ਹੋਇਆ ਹੈ। ਧੀਰ ਮਲ ਕੋ ਤਥਾ ਉਚਾਏ। ਇਸੇ ਤਰ੍ਹਾਂ ਧੀਰਮਲ ਜੀ ਨੂੰ ਵੀ ਚੁੱਕਿਆ ਹੋਇਆ ਹੈ। ਸੰਗ ਮਸਾਹਿਬ ਸਿੱਖ ਸਮੁਦਾਏ। ਬਹੁਤ ਸਿਆਣੇ ਗੁਰਸਿੱਖ ਨਿਤਨੇਮੀ ਰਜ਼ਾ ਵਿੱਚ ਰਹਿਣ ਵਾਲੇ ਤੇ ਝੁਕਿਆ ਹੋਇਆ ਹਿਰਦਾ ਰੱਖਣ ਵਾਲੇ ਨਾਲ ਚੱਲ ਰਹੇ ਹਨ। ਜਾਏ ਤੇਰੇ ਦਰਬਾਰ ਅਗਾਰੀ। ਤੇ ਸ੍ਰੀ ਅਕਾਲ ਤਖਤ ਸਾਹਿਬ ਪਹਿਲੇ ਅਰਦਾਸ ਕਰਕੇ ਤੇ ਫਿਰ ਦਰਸ਼ਨੀ ਡਿਉੜੀ ਦਰਬਾਰ ਸਾਹਿਬ ਪੁੱਲ ਤੋਂ ਪ੍ਰਵੇਸ਼ ਕਰਦਿਆਂ ਤੇ ਸਨੇ ਸਨੇ ਚੱਲਦਿਆਂ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਆ ਪਹੁੰਚੇ ਹਨ। ਕਰ ਬੰਧਨ ਪ੍ਰਦਛਣਾ ਤਾਰੀ। ਹੱਥ ਜੋੜ ਕੇ ਤੇ ਪਰਿਕਰਮਾ ਕੀਤੀਆਂ ਮਹਾਰਾਜ ਜੀ ਨੇ ਪਰਿਵਾਰ ਸਮੇਤ। ਅੰਤਰ ਪ੍ਰਵੇਸ਼ ਜੋਰ ਕਰ ਖਰੇ। ਪਹਿਲੇ ਪਰਿਕਰਮਾ ਕੀਤੀਆਂ 5 ਦਫਾ ਤੇ ਫਿਰ ਅੰਦਰ ਹਰਿਮੰਦਰ ਸਾਹਿਬ ਜੀ ਦੇ ਆਏ ਤੇ ਹੱਥ ਜੋੜ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਖੜੇ ਹੋ ਕੇ ਇੱਥੋਂ ਦੱਸਦਾ ਦਿਖਦਾ ਹੈ, ਆਭਾਸ ਹੋ ਜਾਂਦਾ ਹੈ ਕਿ ਸਤਿਗੁਰੂ ਆਪਣੀ ਕੋਈ ਪੂਜਾ ਸ਼ਖਸੀ ਨਹੀਂ ਕਰਵਾ ਰਹੇ, ਪਾਰ ਬ੍ਰਹਮ ਪਰਮੇਸ਼ਵਰ ਦੇ ਅੱਗੇ ਆਪ ਵੀ ਹੱਥ ਜੋੜ ਕੇ ਖੜੇ ਤੇ ਸਾਨੂੰ ਵੀ ਉਪਦੇਸ਼ ਇਹੀ ਦਿੱਤਾ ਕਿ ਅਕਾਲ ਪੁਰਖ ਨਾਲ ਜੁੜਨਾ ਹੈ
ਤੇ ਅਕਾਲ ਪੁਰਖ ਦਾ ਰੂਪ ਬਾਣੀ, ਤੇ ਬਾਣੀ ਹੀ ਗੁਰੂ ਹੈ, ਅਕਾਲ ਪੁਰਖ ਹੀ ਸਾਡਾ ਗੁਰੂ ਹੈ। ਤਬ ਅਰਦਾਸ ਮੇਵਰੋ ਕਰੇ। ਹੱਥ ਜੋੜ ਕੇ ਛੇਵੇਂ ਗੁਰੂ ਨਾਨਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਖੜੇ ਹੋ ਗਏ ਤੇ ਅਰਦਾਸੀਆ ਸਿੱਖ ਅਰਦਾਸ ਕਰਨ ਲੱਗ ਪਿਆ। ਸੁਤ ਪੋਤਰੇ ਜੁਤ ਸਭ ਪਰਿਵਾਰ। ਇਹ ਸੱਚੇ ਪਾਤਸ਼ਾਹ ਪੁੱਤਰ ਪੋਤਰਿਆਂ ਸਹਿਤ ਸਾਰਾ ਪਰਿਵਾਰ ਗੁਰੂ ਰਾਮਦਾਸ ਜੀ ਮਹਾਰਾਜ ਆਪ ਜੀ ਦਾ। ਸ੍ਰੀ ਗੁਰੂ ਰਾਮਦਾਸ ਸੁਖ ਧਾਰੈ। ਇਹ ਸੁਖ ਸਦਾ ਹੀ ਦੇਣ ਵਾਲੇ ਗੁਰੂ ਰਾਮਦਾਸ ਜੀ ਮਹਾਰਾਜ ਆਪ ਜੀ ਦੇ ਚਰਨ ਕਮਲਾਂ ਵਿੱਚ ਹਾਜ਼ਰ ਹੋਇਆ ਹੈ। ਮਸਤਕ ਟੇਕ ਸੋ ਨਿਕਸੇ ਬਾਹਰ। ਇਸ ਤਰ੍ਹਾਂ ਅਰਦਾਸ ਹੋਈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਹਿਲੇ ਆਪ ਮੱਥਾ ਟੇਕਿਆ। ਇੱਕ ਵਾਰੀ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਵਾਰੀ ਫਿਰ ਆਖੋ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਫਿਰ ਕੜਾਹ ਪ੍ਰਸਾਦ ਦੀਆਂ ਦੇਗਾਂ ਪ੍ਰਾਪਤ ਕੀਤੀਆਂ ਤੇ ਫਿਰ ਬਾਰ-ਬਾਰ ਨਮਸਕਾਰਾਂ ਕਰਦਿਆਂ ਬਹੁਤ ਪ੍ਰੇਮ ਸਤਿਕਾਰ ਸਹਿਤ ਫਿਰ ਬਾਹਰ ਆਏ ਹਨ। ਜਿਨ ਕੋ ਸਭ ਜਗ ਮੈਂ ਜਸ ਜਾਹਰ। ਇਹ ਕੌਣ ਮੱਥਾ ਟੇਕ ਕੇ ਆਏ ਨੇ, ਕੌਣ ਪਰਿਕਰਮਾ ਕਰਕੇ ਆਏ ਨੇ, ਕਿਹਨਾਂ ਨੇ ਦੇਖ ਕਰਾਈ ਹੈ, ਕੌਣ ਨਮਸਕਾਰ ਕਰ ਰਹੇ ਹਨ? ਭਾਈ ਸਾਹਿਬ ਲਿਖਦੇ ਨੇ ਉਹ ਪਾਰ ਬ੍ਰਹਮ ਪਰਮੇਸ਼ਵਰ ਆਪ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਰੂਪ ਵਿੱਚ ਨਮਸਕਾਰਾਂ ਕਰ ਰਹੇ ਨੇ, ਜਿਹਦਾ ਜਸ ਸਾਰੀ ਦੁਨੀਆ ਵਿੱਚ ਹੈ। ਚੜੇ ਪਾਲਕੀ ਮਹਿ ਗੁਣ ਖਾਨੀ। ਇਸ ਤਰ੍ਹਾਂ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਪਰਿਕਰਮਾ ਚੋਂ ਬਾਹਰ ਨਿਕਲੇ ਤੇ ਫਿਰ ਪਾਲਕੀ ਤੇ ਬਿਰਾਜੇ। ਪਾਲਕੀ ਆਉਣ ਜਾਣ ਦਾ ਸਾਧਨ ਸੀ ਮਹਾਰਾਜ ਜੀ ਦਾ, ਘੋੜੇ ਆਦਿਕ ਆਉਣ ਜਾਣ ਦਾ ਸਾਧਨ ਸਨ, ਉਸ ਵਿੱਚ ਸਾਹਿਬ ਬਿਰਾਜੇ ਹਨ। ਬਾਦਤ ਕੀ ਤੁਨ ਊਚ ਉਠਾਨੀ। ਤੇ ਬਹੁਤ ਸਾਰੇ ਜਿਵੇਂ ਬਾਦਸ਼ਾਹ ਕਿਸੇ ਜਗ੍ਹਾ ਚੜ੍ਹਾਈ ਕਰਦਾ, ਕਿਸੇ ਪਾਸੇ ਨੂੰ ਪਿਆਨਾ ਕਰਦਾ ਤੇ ਫਿਰ ਨਗਾਰਚੀ ਨਗਾਰਾ ਵਜਾਉਂਦੇ ਹਨ, ਚੌਬਦਾਰ ਅੱਗੇ ਜੈਕਾਰੇ ਗਜਾਉਂਦੇ ਜਾਂਦੇ ਹਨ। ਇਸ ਤਰ੍ਹਾਂ ਬਹੁਤ ਸਾਰੇ ਸਾਜ਼ ਵੱਜ ਰਹੇ ਹਨ ਤੇ ਸੰਗੀਤ ਰੂਪ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਲਕੀ 'ਚ ਬਿਰਾਜਮਾਨ ਹੋ ਕੇ ਪ੍ਰਸਥਾਨ ਕਰ ਰਹੇ ਹਨ। ਬਾਦਤ ਕੀ ਤੁਨ ਊਚ ਉਠਾਨੀ। ਤੇ ਸਾਰੇ ਨਗਾਰੇ ਢੋਲਕ ਆਦਿਕ ਛੈਣੇ ਆਦਿਕ ਜੋ ਵੱਜ ਰਹੇ ਸਨ, ਬਹੁਤ ਉੱਚੀ ਧੁਨ ਹੈ ਉਹਨਾਂ ਦੀ। ਧੀਰਗ ਦੈ ਬਜੈ ਦਮਾਮੇ। ਔਰ ਇਸ ਤਰ੍ਹਾਂ ਦੇ ਨਾਲ ਵੱਡੇ ਨਗਾਰੇ ਵੱਜ ਰਹੇ ਹਨ, ਧੈ ਧੈ ਕਰਕੇ ਉਹਨਾਂ ਦੀ ਆਵਾਜ਼ ਆ ਰਹੀ ਹੈ। ਢੋਲ ਪਠੇ ਕੀ ਧੁਨ ਮਿਲਤਾ ਮੈਂ। ਇਸੇ ਤਰ੍ਹਾਂ ਵੱਡੇ ਢੋਲ ਵੀ ਵੱਜ ਰਹੇ ਹਨ। ਡੱਫ ਮੁਰਲੀ ਬਹੁ ਬਜਹਿ ਨਫੀਰਾ। ਡੱਫ ਮੁਰਲੀ ਤੇ ਇਸ ਤਰ੍ਹਾਂ ਨਫੇਰੀਆਂ ਵੱਜ ਰਹੀਆਂ ਹਨ। ਚੜਨ ਸਮੈ ਹੋਈ ਬੜ ਪੀਰਾ। ਮਹਾਰਾਜ ਸੱਚੇ ਪਾਤਸ਼ਾਹ ਜਦ ਪ੍ਰਸਥਾਨ ਕਰਨ ਲੱਗੇ ਨੇ ਸ੍ਰੀ ਕਰਤਾਰਪੁਰ ਸਾਹਿਬ ਵੱਲ, ਤੇ ਬਹੁਤ ਸੰਗਤਾਂ ਗਲੀਆਂ ਬਾਜ਼ਾਰਾਂ ਵਿੱਚ ਵੱਡੀ ਗਿਣਤੀ ਵਿੱਚ ਆ ਗਈਆਂ। ਲੋਕਿਕ ਵੈਦਿਕ ਰੀਤ ਕਨੇਰੀ। ਔਰ ਇਸ ਤਰ੍ਹਾਂ ਦੇ ਨਾਲ ਹੋਰ ਉਹਨਾਂ ਨੇ ਆਪਣੇ ਆਪਣੇ ਢੰਗ ਨਾਲ ਮੱਥੇ ਟੇਕੇ ਮਹਾਰਾਜ ਜੀ ਨੂੰ। ਸਭ ਬਰਾਤ ਕੋ ਭਲੇ ਚੜਾਏ। ਇਸ ਤਰ੍ਹਾਂ ਬਰਾਤ ਦਾ ਚੜਾਓ ਹੋਇਆ। ਕੋਈ ਦੁਨਿਆਵੀ ਗੀਤ ਨਹੀਂ ਗਾਏ ਗਏ, ਕੋਈ ਭੰਗੜੇ ਨਹੀਂ ਪਾਏ ਗਏ, ਕੋਈ ਅੱਗੇ ਹੋ ਕੇ ਸੁਰਮੇ ਨਹੀਂ ਪਾਏ ਗਏ, ਤੇ ਕੋਈ ਇਸ ਢੰਗ ਨਾਲ ਨਕਲੀ ਦਿਖਾਵੇ ਨਹੀਂ ਕੀਤੇ। ਪਾਰ ਬ੍ਰਹਮ ਪਰਮੇਸ਼ਰ ਦੇ ਤਖਤ ਨੂੰ ਮੱਥਾ ਟੇਕਿਆ। ਸ੍ਰੀ ਹਰਿਮੰਦਰ ਸਾਹਿਬ ਅਰਦਾਸ ਹੋਈ ਤੇ ਬਾਣੀ ਦੇ ਸ਼ਬਦ ਗਾਉਂਦਿਆਂ ਗੁਰੂ ਪਾਤਸ਼ਾਹ ਬਾਬਾ ਸੂਰਜਮਲ ਜੀ ਨੂੰ ਵਿਆਹਣ ਚੱਲੇ ਹਨ। ਦਾਵਤ ਮੁਰੀ ਸਦਨ ਸਮੁਦਾਏ। ਔਰ ਇਸ ਤਰ੍ਹਾਂ ਦੇ ਨਾਲ ਘਰ ਦੀਆਂ ਜਿਹੜੀਆਂ ਇਸਤਰੀਆਂ ਹਨ ਉਹ ਬਾਣੀ ਗਾਉਂਦੀਆਂ ਹੋਈਆਂ, ਜੋ ਨਾਲ ਨਹੀਂ ਗਈਆਂ ਉਹ ਆਪਣੇ ਘਰ ਵੱਲ ਮਹਿਲਾਂ ਵੱਲ ਆਈਆਂ ਹਨ। ਸੂਰਜਮਲ ਕੋ ਆਗੇ ਕਰ ਕੇ। ਬਾਬਾ ਸੂਰਜਮਲ ਜੀ ਨੂੰ ਅੱਗੇ ਕੀਤਾ ਹੋਇਆ ਹੈ। ਕਮਨੇ ਸਕਲ ਹਰਖ ਉਰ ਪਰ ਕੇ। ਤੇ ਸਾਰੇ ਬਰਾਤੀਆਂ ਦੇ ਹਿਰਦੇ 'ਚ ਬੜਾ ਉਤਸ਼ਾਹ ਹੈ, ਤੇ ਹੋਵੇ ਵੀ ਕਿਉਂ ਨਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਜੋ ਨਾਲ ਹਨ। ਸੰਗਤਾਂ ਦਰਸ਼ਨ ਵੀ ਕਰਦੀਆਂ ਜਾ ਰਹੀਆਂ ਨੇ, ਨਮਸਕਾਰ ਵੀ ਹੋ ਰਹੀ ਹੈ ਤੇ ਜੈ ਜੈਕਾਰ ਵੀ ਹੋ ਰਹੀ ਹੈ। ਇਸ ਤਰ੍ਹਾਂ ਬਰਾਤ ਦਾ ਚੜਾਓ ਹੋਇਆ। ਪਰ ਹੁਣ ਸਮੇਂ ਦਾ ਤਕਾਜ਼ਾ ਹੈ, ਬਾਕੀ ਵਿਚਾਰ ਕੱਲ
ਆਪ ਸਰਵਣ ਕਰੋਗੇ। ਬਾਰੰਬਾਰ ਸਭ ਦਾ ਹਾਰਦਿਕ ਤੌਰ ਤੇ ਧੰਨਵਾਦ। ਬੜੀ ਇਕਾਗਰਤਾ ਤੇ ਪ੍ਰੇਮ ਸਹਿਤ ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰੂ ਪਾਤਸ਼ਾਹ ਸਭ ਦੀਆਂ ਹਾਜ਼ਰੀਆਂ ਆਪਣੇ ਘਰ ਵਿਖੇ ਪ੍ਰਵਾਨ ਕਰਨ। ਆਓ 2 ਮਿੰਟ ਵਾਸਤੇ ਮਹਾਮੰਤਰ ਗੁਰਮੰਤਰ ਦੇ ਜਾਪ ਨਾਲ ਜੁੜੀਏ, ਫਿਰ ਅਰਦਾਸ ਤੇ ਖਿਮਾ ਪ੍ਰਾਰਥੀ ਹੋਵਾਂਗੇ। ਕੋਈ ਰਸਨਾ ਵਾਂਝੀ ਨਾ ਰਹੇ। ਹੁਣ ਤੱਕ ਦਾਸ ਇਕੱਲੇ ਬੋਲਦੇ ਰਹੇ ਨੇ ਤੇ ਹੁਣ ਆਪਾਂ ਸਾਰਿਆਂ ਨੇ ਮਿਲ ਕੇ ਨਾਲ ਬੋਲਣਾ। ਵਾਹਿਗੁਰੂ 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 ਵਾਹਿਗੁਰੂ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।